ਅੱਜ ਆਪਾਂ ਪੰਜਵੀਂ ਪੌੜੀ ਲੈਣ ਲੱਗੇ ਹਾਂ ਗੌੜੀ ਰਾਗ ਦੀ। ਗੌੜੀ ਰਾਗ ਦੇ ਵਿੱਚ ਜਿਹੜੀ ਵਾਰ ਹੈਗੀ ਆ ਚੌਥੀ ਪਾਤਸ਼ਾਹੀ ਦੀ 302 ਅੰਗ ਦੇ ਉੱਤੇ ਅੰਗ 302 ਮਹਾਰਾਜ ਮੇਹਰ ਕਰਨ। ਸ਼ਲੋਕ ਮਹੱਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ। ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵਨ। ਸੁਣ ਸਾਜਨ ਪ੍ਰੇਮ ਸੰਦੇਸਰਾ, ਉਹ ਸੱਜਣ ਦਾ ਪ੍ਰੇਮ ਸੰਦੇਸਰਾ ਜਿਹੜਾ ਹੈਗਾ ਸੁਣ ਕੇ ਅੱਖੀ ਤਾਰ ਲਗਨ। ਜੀ ਫਿਰ ਕਿਸੇ ਨੇ ਖੋਲਤਾ ਆਪਣਾ ਮਾइक, डबल करता जी। प्लीज़ ना करो इस तरह, देखो फिर रिकॉर्डिंग भी ख़राब हो जाएगी। दो चला रहे हो तो तुसी जिहड़े हैगे भाई अपने स्पीकर माइक बंद करके रखो और थोड़ा जिहा डिस्टेंस दिओ। थोड़ा जिहा 25 फुट घट तो घट चाहिए डिस्टेंस। हाले तो शुरू नहीं होया सी। ਸ਼ਲੋਕ ਮਹੱਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ। ਇਹ ਪ੍ਰੇਮ ਦਾ ਸੰਦੇਸਰਾ ਜਿਹੜਾ ਹੈਗਾ ਕਿਹਨੇ ਦੇਣਾ ਆ? ਤੇ ਅੱਖੀ ਤਾਰ ਲਗਨ ਦਾ ਕੀ ਮਤਲਬ ਹੈ? ਵੀ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਸੱਜਣ ਜਿਹੜਾ ਹੈਗਾ ਉਹਦਾ ਤਾਂ ਰੂਪ ਰੇਖ ਰੰਗ ਕੁਛ ਵੀ ਨਹੀਂ ਹੈਗਾ, ਤੇ ਉਹਦੀ ਉਡੀਕ ਦੇ ਵਿੱਚ ਅੱਖਾਂ ਕਿਵੇਂ ਜਿਹੜੀਆਂ ਹੈ ਟਕਟਕੀ ਲਗਾ ਕੇ ਲੱਗ ਜਾਣਗੀਆਂ ਭਾਈ, ਟਕਟਕੀ ਬਣ ਕੇ। ਇਹ ਭੇਤ ਕੀ ਹੈਗਾ? ਗੁਰੇ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖੇ ਸਵਨ। ਆ ਗੁਰੂ ਨੇ ਪਹਿਲਾਂ ਜਿਹੜਾ ਹੈਗਾ ਉਸ ਗੁਰੂ ਨੇ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਨੇ ਬ੍ਰਹਮ ਗਿਆਨ ਦਿੱਤਾ। ਆਹੀ ਸੰਦੇਸਰਾ ਹੈਗਾ। ਆ ਜੋ ਆਪਾਂ ਬ੍ਰਹਮ ਗਿਆਨ ਲੈ ਰਹੇ ਚੌਥੀ ਪਾਤਸ਼ਾਹ ਦਾ ਸ਼ਲੋਕ ਬਾਚ ਰਹੇ ਹਾਂ, ਇਹੀ ਸੰਦੇਸਰਾ ਹੈਗਾ। ਇਹੀ ਸੱਜਣ ਦੇ ਬਾਰੇ ਪ੍ਰੇਮ ਸੰਦੇਸਰਾ ਹੈਗਾ ਭਾਈ। ਜਿਹੜੇ ਵੀ ਇਹ ਸੰਦੇਸਰਾ ਲੈ ਕੇ ਜਿਹੜਾ ਹੈਗਾ ਮਾਲਕ ਨੂੰ ਉਡੀਕਣ ਲੱਗ ਜਾਂਦੇ ਆ। ਮਾਲਕ ਨੂੰ ਉਡੀਕਣਾ ਕੀ ਹੈਗਾ? ਵੀ ਮਾਇਆ ਦੀ ਉਡੀਕ ਬੰਦ ਕਰ ਦਿੰਦੇ ਆ। ਮਾਇਆ ਵੱਲੋਂ ਜਿਹੜਾ ਹੈਗਾ ਮਾਇਆ ਵੱਲੋਂ ਖਾਲੀ ਕਰ ਲੈਂਦੇ ਆਪਣੇ ਭਾਂਡੇ ਨੂੰ, ਤੇ ਮਾਲਕ ਪਰਮਾਤਮਾ ਦੀ ਉਡੀਕ ਕਰਨ ਲੱਗ ਪੈਂਦੇ ਆ। ਉਹਨਾਂ ਦੀਆਂ ਅੱਖੀ ਤਾਰ ਲਗਨ। ਗੁਰ ਤੁਠੈ ਸੱਜਣ ਮੇਲਿਆ। ਫਾਈਨਲ ਫਿਰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮਿਲ ਜਾਂਦਾ ਹੈ ਭਾਈ। ਜਿਹੜੇ ਰੋਜ਼ ਦਿਨ ਜਿਹੜਾ ਹੈਗਾ ਰਹਿਣ ਦਿਨਸ ਜਿਹੜੇ ਹੈਗੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਦੇ ਆ, ਬਿਨਾਂ ਨਾਗਾ ਭਗਤੀ ਕਰਦੇ ਆ। ਗੁਰੂ ਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਜਾ ਸਾਹਿਬ ਆਪ ਕੰਟੀਨਿਊ ਕਰੋ, ਕੋਈ ਗੱਲ। ਹਾਂਜੀ ਹਾਂਜੀ, ਅਸੀਂ 302 ਅੰਗ ਦੇ ਉੱਤੇ ਹੈਗੇ ਆ। ਸ਼ਲੋਕ ਲੈ ਰਹੇ ਚੌਥੀ ਪਾਤਸ਼ਾਹੀ ਦਾ 2 ਲਾਈਨਾਂ ਦਾ ਸ਼ਲੋਕ ਹੈਗਾ। ਮਹਾਰਾਜ ਕਹਿੰਦੇ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ। ਕਹਿੰਦੇ ਸੱਜਣ ਦਾ ਉਹ ਮਾਲਕ ਪਰਮਾਤਮਾ ਦਾ ਪ੍ਰੇਮ ਦਾ ਸੰਦੇਸਾ। ਮਾਲਕ ਦਾ ਸੰਦੇਸਾ ਕੌਣ ਦਿੰਦਾ ਹੈ? ਮਾਲਕ ਦਾ ਸੰਦੇਸਾ ਬ੍ਰਹਮ ਗਿਆਨੀ ਦਿੰਦੇ ਆ, ਬ੍ਰਹਮ ਗਿਆਨ ਦਿੰਦਾ। ਆ ਚੌਥੀ ਪਾਤਸ਼ਾਹੀ ਆਪਾਂ ਨੂੰ ਆਹੀ ਗਿਆਨ ਦੇ ਰਹੀ ਹੈ, ਮਾਲਕ ਦਾ ਹੀ ਸੰਦੇਸ਼ਾ ਦੇ ਰਹੇ ਆ। ਕਹਿੰਦੇ ਇਹਨੂੰ ਸੁਣ ਕੇ ਤੇ ਅੰਦਰ ਜਿਹੜੀ ਹੈਗੀ ਆ ਜਿਸ ਵੀ ਇਨਸਾਨ ਦੀ ਇੱਛਾ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੀ ਹੋ ਜਾਂਦੀ ਆ, ਜਿਹਦੇ ਵੀ ਅੰਦਰ ਜਿਹੜਾ ਹੈਗਾ ਮਾਲਕ ਦਾ ਪਿਆਰ ਪੈਦਾ ਹੋ ਜਾਂਦਾ ਆ, ਉਹ ਅੱਖੀ ਤਾਰ ਲਗਨ। ਉਹਦੀਆਂ ਅੱਖਾਂ ਉਸਦੀ ਉਡੀਕ ਦੇ ਵਿੱਚ ਲੱਗ ਜਾਂਦੀਆਂ। ਉਹ ਭਗਤੀ ਕਰਦਾ ਹੈ। ਮਾਲਕ ਦੀ ਉਡੀਕ ਕਰਨੀ ਕੀ ਆ? ਉਸ ਦੀ ਭਗਤੀ ਕਰਨੀ, ਉਹਨੂੰ ਯਾਦ ਕਰਨਾ। ਕਿਸੇ ਦੀ ਉਡੀਕ ਕਰ ਰਹੇ ਹਾਂ ਆਪਾਂ ਤੇ ਕੀ ਕਰ ਰਹੇ ਹਾਂ ਭਾਈ? ਕਿਸੇ ਨੇ ਆਉਣਾ ਹੈ ਆਪਣੇ ਤੇ ਉਡੀਕ ਕਰ ਰਹੇ ਤੇ ਉਹਨੂੰ ਯਾਦ ਕਰਦੇ ਹਾਂ ਆਪਾਂ। ਉਸੇ ਤਰੀਕੇ ਦੇ ਨਾਲ ਗੁਰੂ ਕਹਿੰਦਾ ਤੂੰ ਆਪਣਾ ਤੇਰਾ ਜੀਵਨ ਜਿਹੜਾ ਤੇਰਾ ਮਕਸਦ ਕੀ ਹੈਗਾ? ਤੇਰੇ ਪੱਲੇ ਕੀ ਹੈਗਾ? ਤੂੰ ਹੁਣ ਤੱਕ ਕੀਤਾ ਕੀ ਹੈ ਮਨੁੱਖੀ ਜੂਨ ਪਾ ਕੇ? ਬਸ ਇੱਥੋਂ ਜਿਹੜਾ ਹੈਗਾ ਸੰਦੇਸ਼ਾ ਬਈ ਉਹ ਤੇਰਾ ਕੰਮ ਤਾਂ ਆ ਸੀਗਾ,
ਤੂੰ ਤਾਂ ਪਰਮਾਤਮਾ ਨੂੰ ਮਿਲਣਾ ਸੀ, ਤੂੰ ਤਾਂ ਆਪਣੇ ਅੰਦਰ, ਤੇਰੇ ਅੰਦਰ ਤਾਂ ਤੂੰ ਤਾਂ ਪਰਮਾਤਮਾ ਦਾ ਅੰਸ਼ ਹੈਗਾ, ਤੂੰ ਤਾਂ ਪਰਮਾਤਮਾ ਹੈਗਾ, ਤੈਨੂੰ ਪਤਾ ਹੈ ਤੂੰ ਕੌਣ ਹੈਗਾ। ਬਸ ਇੱਥੇ ਟਣਕਾ ਦਿੱਤਾ। ਜਿਹੜਾ ਟਣਕ ਗਿਆ ਅਤੇ ਭਗਤੀ ਮਾਰਗ 'ਤੇ ਚੱਲ ਪਿਆ ਭਾਈ। ਗੁਰ ਤੁੱਠੈ ਸੱਜਣ ਮਿਲਿਆ। ਔਰ ਇਸ ਤਰੀਕੇ ਦੇ ਨਾਲ ਗੁਰੂ ਤਾਂ ਤੁੱਠਿਆ ਹੋਇਆ ਹਰੇਕ ਦੇ ਜਿਹੜਾ ਗੁਰੂ ਦੀ ਗੱਲ ਮੰਨ ਲੈਂਦਾ ਹੈ ਭਾਈ, ਉਹਨੂੰ ਉਹ ਫਾਈਨਲੀ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ ਆਤਮ ਦਰਸ਼ਨ ਹੋ ਜਾਂਦੇ ਆ ਉਹਨੂੰ। ਜਨ ਨਾਨਕ ਸੁਖ ਸਵਨ, ਉਹ ਸੁੱਖ ਦੇ ਵਿੱਚ, ਸੁੱਖ ਦੀ ਚੈਨ ਦੀ ਨੀਂਦ ਸੌਂਦਾ ਹੈ ਭਾਈ, ਸੁੱਖ ਦੇ ਵਿੱਚ ਹਮੇਸ਼ਾ ਹੀ ਸੁਖੀ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਕੀ ਹਾਂਜੀ ਨਿਜਰ ਸਾਹਿਬ? ਹਾਂਜੀ ਹਾਂਜੀ ਦੁਬਾਰਾ ਬੋਲਿਓ, ਕਿੰਨੇ ਨੰਬਰ ਤੇ ਹੀ ਤੁਸੀਂ? 302 302। ਹਾਂਜੀ ਓਹ ਮੈਂ ਥੋੜਾ ਪਿੱਛੇ ਪਹਿਲੀ ਤੋਂ ਬੋਲਿਓ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਨ। ਉਸ ਸੱਜਣ ਦਾ ਮਾਲਕ ਪਰਮਾਤਮਾ ਦੇ ਬਾਰੇ ਸੁਨੇਹਾ ਕੀ ਹੈਗਾ? ਮਾਲਕ ਪਰਮਾਤਮਾ ਦੀਆਂ ਗੱਲਾਂ, ਮਾਲਕ ਪਰਮਾਤਮਾ ਦੇ ਗੁਣ, ਮਾਲਕ ਪਰਮਾਤਮਾ ਦੇ ਜਿਹੜਾ ਸੰਦੇਸ਼ਾ ਸੁਣ ਕੇ ਤੇ ਇਨਸਾਨ ਦੇ ਅੰਦਰ ਪਿਆਰ ਪੈਦਾ ਹੋ ਜਾਂਦਾ ਹੈ, ਉਹਨੂੰ ਦੇਖਣ ਦਾ, ਆਪਣੇ ਆਪ ਨੂੰ ਜਾਣਨ ਦਾ। ਗੁਰੂ ਜਿਹੜਾ ਹੈਗਾ, ਬ੍ਰਹਮ ਗਿਆਨੀ ਜਿਹੜੇ ਹੈਗੇ ਆ, ਟੁੱਟ ਜਾਂਦੇ ਆ ਭਾਈ, ਅਤੇ ਉਹ ਸੱਜਣ ਨੂੰ ਮਿਲਾ ਦਿੰਦੇ, ਆਤਮ ਦਰਸ਼ਨ ਹੋ ਜਾਂਦੇ ਆ, ਆਤਮ ਯਾਤਰਾ ਹੋ ਜਾਂਦੀ ਹੈ ਉਹਦੀ, ਅਤੇ ਸੁੱਖ ਦੀ ਨੀਂਦ ਜਿਹੜੀ ਹੈਗੀ ਉਹ ਆਪਣਾ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਆ। ਜਨ ਨਾਨਕ ਸੁੱਖ ਸਵਨ, ਖੁਸ਼ਹਾਲੀ ਆ ਜਾਂਦੀ ਜੀਵਨ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਨ। ਹਾਂ, ਜਿਵੇਂ ਕੋਈ ਕਿਸੇ ਦੀ ਉਡੀਕ ਕਰਦਾ ਹੈ। ਹੁਣ ਜਿਹੜੀ ਹੈਗੀ ਨਵਿਆਹਤਾ ਕੋਈ ਇਸਤਰੀ ਹੁੰਦੀ ਆ, ਪਤੀ ਬਾਹਰੋਂ ਆ ਰਿਹਾ, ਉਡੀਕ ਕਰਦੀ ਹੈ, ਬਾਹਰ ਅੱਖਾਂ ਤਾਂ ਅੱਖਾਂ ਟਿਕਟਿਕੀ ਬਣ ਕੇ ਬਾਹਰ ਹੀ ਬੈਠੀ ਰਹਿੰਦੀ ਹੈ। ਉਵੇਂ ਦੀ ਗੱਲ ਹੁੰਦੀ ਹੈ ਭਾਈ। ਹਾਂ, ਜਿੱਦਾਂ ਆਪਾਂ ਜਦੋਂ ਮਤਲਬ ਕਿਸੇ ਦੇ ਇੰਤਜ਼ਾਰ 'ਚ ਬੈਠੇ ਹੁੰਦੇ ਆ ਨਾ, ਤੇ ਉਸ ਟਾਈਮ ਤੇ ਨਾ ਇੱਕ ਅਲੱਗ ਹੀ ਕਿਸਮ ਦੀ ਸਾਡੇ ਅੰਦਰ ਰੂਹਾਨੀਅਤ ਹੁੰਦੀ ਹੈ। ਇੱਕ ਉਹ ਬੜੀਆਂ ਵਧੀਆ ਇੱਕ ਫੀਲਿੰਗ ਹੁੰਦੀ ਹੈ ਜਦੋਂ ਆਪਾਂ ਕਿਹਦਾ ਇੰਤਜ਼ਾਰ ਕਰਦੇ ਹਾਂ। ਠੀਕ ਹੈ ਜੀ। ਇੰਤਜ਼ਾਰ ਦੇ ਵਿੱਚ ਪਲ ਜਿਵੇਂ ਜਿਵੇਂ ਕਰੀਬ ਆਉਂਦੇ ਆ, ਤਿਵੇਂ ਤਿਵੇਂ ਇੰਟਰਸਟ ਵੱਧਦਾ ਜਾਂਦਾ ਹੈ। ਠੀਕ ਹੈ ਜੀ। ਇਹੋ ਤਰ੍ਹਾਂ ਕਹਿ ਰਹੇ ਨੇ ਕਿ ਅੱਖੀ ਤਾਰ ਲੱਗਣ, ਜਿੱਦਾਂ ਇੱਕ ਉਸ ਇੰਤਜ਼ਾਰ ਦੀ ਤਾਰ ਹੁੰਦੀ ਆ, ਉਸੇ ਹੀ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਬਿਲਕੁਲ ਟਿਕਟਿਕੀ ਲੱਗ ਜਾਂਦੇ। ਤਾਰ ਦਾ ਮਤਲਬ ਹੈ ਵੀ ਉਹਦੀ ਯਾਦ ਵੀ ਲਗਾਤਾਰ ਯਾਦ ਆਈ ਜਾਂਦੀ ਹੈ। ਸਹੀ ਗੱਲ ਹੈ। ਅਗਲੀ ਤੁਕ ਬੋਲੀਏ। ਗੁਰ ਤੁੱਠੈ ਸੱਜਣ ਮਿਲਿਆ। ਕਹਿੰਦੇ ਇਸ ਤਰ੍ਹਾਂ ਗੁਰੂ ਜਿਹੜਾ ਹੈਗਾ ਟੁੱਟ ਕੇ, ਗੁਰੂ ਟੁੱਟ ਗਿਆ ਭਾਈ, ਜਿਹਨੇ ਆਤਮ ਦਰਸ਼ਨ ਹੋ ਗਏ ਅਤੇ ਜਿਹਨੇ ਇਹ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਆਪਣੇ ਮਨ ਨੂੰ ਖੜਾ ਕਰ ਲਿਆ, ਅਤੇ ਉਹ ਸੁੱਖ ਦੀ ਚੈਨ ਦੀ ਨੀਂਦ ਸੌਂਦੇ ਆ ਭਾਈ, ਖੁਸ਼ਹਾਲ ਜੀਵਨ ਹੋ ਜਾਂਦਾ ਉਹਨਾਂ ਦਾ। ਜਨ ਨਾਨਕ ਸੁੱਖ ਸਵਨ। ਸਹੀ ਹੈ ਜੀ। ਹਾਂਜੀ ਹਾਂਜੀ। ਤੇ ਫਿਰ ਉਹ ਕੀ ਹੁੰਦਾ ਵਾ ਕਿ ਜਦੋਂ ਮਤਲਬ ਪਰ ਗੁਰੂ ਪ੍ਰਸੰਨ ਹੋ ਕੇ ਸੱਜਣਾ ਨੂੰ ਮਿਲਾ ਦਿੰਦਾ ਹੈ। ਹਾਂ, ਗੁਰੂ ਤਾਂ ਜਿਹਨੂੰ ਗਿਆਨ ਲੈ ਲਿਆ, ਜਿਹਨੇ ਗੁਰੂ ਦਾ ਗਿਆਨ ਲੈ ਲਿਆ, ਜਿਹਨੂੰ ਗੁਰੂ ਮਿਲ ਗਿਆ, ਪੂਰਾ ਗੁਰੂ ਮਿਲ ਗਿਆ, ਜਿਹਨੂੰ ਸਹੀ ਡਾਇਰੈਕਸ਼ਨ ਮਿਲ ਗਈ, ਤੇ ਸੱਜਣ ਨੂੰ ਮਿਲਾਉਣਾ ਹੈ। ਗੁਰੂ ਦਾ ਤਾਂ ਕੰਮ ਹੀ ਇਹੀ ਹੈਗਾ ਬਸ। ਹਾਂਜੀ ਵੀਰ ਜੀ। ਹਾਂ, ਤੇ ਫਿਰ ਵੇਖੋ ਜਦੋਂ ਉਹ ਅੰਦਰ ਮੇਰੀ ਇੱਛਾ ਹੈਗੀ ਆ, ਉਤੋਂ ਮੇਰੇ ਕੋਲ ਮਨੁੱਖਾ ਸਰੀਰ ਆ, ਉਸ ਤੋਂ ਬਾਅਦ ਮੈਨੂੰ ਚੰਗੀ ਸੰਗਤ ਮਿਲ ਗਈ, ਉਹਨਾਂ ਗੁਰਮੁਖਾਂ ਦੀ ਸੰਗਤ, ਫਿਰ ਤੇ ਕੰਮ ਪੂਰਾ ਹੋ ਗਿਆ। ਹਾਂ, ਫਿਰ ਤੇ ਜਦੋਂ ਤਿੰਨ ਚੀਜ਼ਾਂ ਮਿਲ ਗਈਆਂ ਤੇ ਗੱਲ ਖਤਮ ਹੋ ਗਈ। ਬਿਲਕੁਲ। ਇਹ ਤਿੰਨੇ ਚੀਜ਼ਾਂ ਦੁਰਲੱਭ ਆ। ਜਦ ਤੱਕ ਤੁਹਾਡੇ ਅੰਦਰ ਪ੍ਰਾਣ ਆ, ਤਦ ਤੱਕ ਤੁਹਾਡੇ ਕੋਲ ਚਾਂਸ ਆ। ਗੁਰੂ ਨਾਨਕ ਪਾਤਸ਼ਾਹ ਤੇ ਕਹਿ ਰਹੇ ਨੇ, ਹਮ ਆਦਮੀ ਹਾਂ ਇੱਕ ਦਮੀ, ਕਿ ਮੈਂ ਅਜੇ ਵੀ ਗੱਡੀ ਮੋੜ ਸਕਦਾ ਵਾਂ ਜਿਹਨੂੰ ਚਾਹਾਂ। ਹਾਂ, ਮੋਹਲਤ ਨਾ ਜਾਣਾ, ਨਹੀਂ ਪਤਾ ਕਿੰਨੀ ਕੁ ਮੋਹਲਤ ਹੈ ਕਿ ਮੂਹਰਤ ਕਦੋਂ ਨਿਕਲਣਾ ਹੈ, ਵੀ ਕਦੋਂ ਟੈਂਟ ਫਿਸ ਹੋ ਜਾਣੀ ਹੈ, ਕੋਈ ਪਤਾ ਨਹੀਂ ਹੈ। ਹਾਂ, ਪਰ ਲੋਕ ਕਈ ਏਦਾਂ ਕਹਿੰਦੇ ਨੇ ਕਿ ਨਿੱਜਾ ਸਾਹਿਬ ਜਦੋਂ ਬੁੱਢਾ ਹੋਊਗਾ ਉਦੋਂ ਭਗਤੀ ਕਰੂੰਗਾ। ਉਦੋਂ ਕਰਨ ਦਾ ਤੇ ਚਲੋ ਠੀਕ ਆ, ਹੁਣ ਤੁਹਾਡੇ ਕੋਲ ਟਾਈਮ ਨਹੀਂ ਸੀ, ਚਲੋ ਜ਼ਿੰਦਗੀ ਲੰਘੀ, ਹੁਣ ਤੁਸੀਂ ਕਰ ਲਓ। ਪਰ ਜੇਕਰ ਮੈਂ ਭਗਤੀ ਨਹੀਂ ਕੀਤੀ ਤੇ ਉਹ ਜ਼ਿੰਦਗੀ ਦਾ ਮਜ਼ਾ ਥੋੜੀ ਹੈਗਾ। ਉਹ ਤੇ ਐਵੇਂ ਗੁੱਥਮ ਗੁੱਥੇ ਹੋਣ ਵਾਲਾ ਕੰਮ ਹੈ। ਬਿਲਕੁਲ। ਹੁਣ ਦੇਖੋ, ਤਿੰਨ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਜੀਵਨ ਦੇ ਵਿੱਚ, ਜੋ ਜ਼ਿੰਦਗੀ ਤੁਹਾਡੀ 100% ਆ। ਠੀਕ ਹੈ। ਹੁਣ 100% ਜਿਹੜੀ ਜ਼ਿੰਦਗੀ ਆ, ਉਹਦੇ ਵਿੱਚ ਕਿੱਦਾਂ ਸਿਸਟਮ ਕੰਮ ਚੱਲਦਾ ਹੈ
ਸਭ ਤੋਂ 25% ਤੁਹਾਡੀ ਬੁੱਧੀ ਬੜੀ ਜ਼ਰੂਰੀ ਹੈ। ਠੀਕ ਹੈ ਜੀ। 25% ਤੁਹਾਡੀ ਬੁੱਧੀ ਜ਼ਰੂਰੀ ਹੈ। ਉਸ ਤੋਂ ਬਾਅਦ 25% ਜਿਹੜੀ ਤੁਹਾਡੀ ਜ਼ਿੰਦਗੀ ਉਹ ਜਜ਼ਬਾਤ ਨੇ। ਠੀਕ ਹੈ, ਭਾਵਨਾ। ਤੇ ਹੁਣ ਜਿਹੜਾ ਸਾਡਾ 25% ਇਹ ਦੋ ਚੀਜ਼ਾਂ ਹੈਗੀਆਂ ਨੇ। ਠੀਕ ਹੈ, 25% ਸਾਡੀ ਬੁੱਧੀ, 25% ਸਾਡੇ ਜਜ਼ਬਾਤ ਤੇ 25% ਜਿਹੜਾ ਸਾਡਾ ਸਰੀਰ ਆ। ਠੀਕ ਹੈ ਨਿਜਰ ਸਾਹਿਬ। ਹੁਣ ਇਹ ਤਿੰਨ ਚੀਜ਼ਾਂ ਰਲ ਗਈਆਂ, ਬਾਕੀ ਬਚ ਗਿਆ 25%। ਹੁਣ ਇਹਨਾਂ 25% ਦਾ ਹੀ ਸਾਰੀ ਖੇਲ ਆ। ਕਿਉਂਕਿ ਹੁਣ ਸਰੀਰ, ਜੇਕਰ ਤੁਹਾਡਾ ਸਰੀਰ ਸਹੀ ਆ ਤੇ ਸਮਝ ਲਓ ਕਿ ਤੁਹਾਡਾ ਜ਼ਿੰਦਗੀ ਜਿਹੜੀ ਆ 25% ਤੁਹਾਡੀ ਸਹੀ ਆ। ਹੁਣ ਤੁਹਾਡੇ ਕੋਲ ਬੁੱਧੀ ਹੈ, ਬੁੱਧੀ ਦਾ ਮਤਲਬ ਬਹੁਤ ਇੰਪੋਰਟੈਂਟ ਹੈ। ਕੋਈ ਐਵੇਂ ਨਹੀਂ ਆ। ਬੁੱਧੀ ਦਾ ਮਤਲਬ ਤੁਹਾਡੇ ਜ਼ਿੰਦਗੀ ਨੂੰ ਉਹਨੇ ਡਾਇਰੈਕਸ਼ਨ ਦੇਣੀ ਆ। ਕਈ ਬੰਦੇ ਹੁੰਦੇ ਆ, ਵੇਖੋ, ਉਹ ਆਪਣੀ ਬੁੱਧੀ ਦੇ ਸਿਰ ਤੇ ਕਿੰਨਾ ਪੈਸਾ ਇਕੱਠਾ ਕਰ ਲੈਂਦੇ ਆ। ਉਹਨਾਂ ਕੋਲ ਬੁੱਧੀ ਬੜੀ ਤੇਜ਼ ਹੁੰਦੀ ਆ। ਸਧਾਰਨ ਬੰਦਾ ਸਾਰੀ ਜ਼ਿੰਦਗੀ ਮਜ਼ਦੂਰੀ ਕਰਦਾ ਰਹਿੰਦਾ। ਉਹਦੇ ਕੋਲ ਆਈਡੀਆ ਹੈਗੇ ਆ, ਉਹਦੇ ਕੋਲ ਬੁੱਧੀ ਹੈਗੀ ਆ। ਸੋ ਬੁੱਧੀ ਬੜੀ ਜ਼ਰੂਰੀ ਹੈ ਤੁਹਾਡੇ ਜੀਵਨ ਦੇ ਲਈ, ਚੰਗੇ ਜੀਵਨ ਦੇ ਲਈ। ਹੁਣ ਉਸ ਤੋਂ ਬਾਅਦ ਜਿਹੜਾ 25% ਜਿਹੜੇ ਜਜ਼ਬਾਤ ਆ ਉਹ ਬੜੇ ਇੰਪੋਰਟੈਂਟ ਆ। ਜਜ਼ਬਾਤ ਦਾ ਮਤਲਬ ਕਿ ਤੁਸੀਂ ਰਿਐਕਟ ਕਿੱਦਾਂ ਕਰਦੇ ਹੋ ਭਾਵਨਾ ਕਿਸੇ ਸਿਚੁਏਸ਼ਨ ਨੂੰ। ਹਾਂ, ਭਾਵਨਾ। ਹੁਣ ਮੰਨ ਲਓ ਮੈਂ ਬਾਜ਼ਾਰ ਜਾ ਰਿਹਾ, ਮੇਰੇ ਵਿੱਚ ਕਿਸੇ ਨੇ ਟੈਂਪੂ ਮਾਰਤਾ ਜਾਂ ਕੋਈ ਦੂਜੀ ਵਹੀਕਲ ਮਾਰਤੀ ਆ, ਹਨਾ। ਹੁਣ ਹੋਇਆ ਤੇ ਨੁਕਸਾਨ ਹੈ, ਮੈਨੂੰ ਕੁਛ ਨੁਕਸਾਨ ਨਹੀਂ ਹੋਇਆ। ਅਗਲੇ ਬੰਨੇ ਉਹਨੇ ਚੀਜ਼ ਮਾਰੀ ਆ, ਮੇਰਾ ਇੱਕ ਮਗਰਾਟ ਟੁੱਟ ਗਿਆ ਮੰਨ ਲਓ, ਜਾਂ ਕੋਈ ਡੈਮੇਜ ਹੋ ਗਿਆ, ਜਾਂ ਉਹਦਾ ਡੈਮੇਜ ਹੋ ਗਿਆ। ਹੁਣ ਜੇਕਰ ਮੇਰੀ ਮਾਨਸਿਕ ਅਵਸਥਾ ਸਹੀ ਆ, ਮੈਂ ਇੱਕ ਸ਼ਾਂਤ ਇਨਸਾਨ ਆ, ਤੇ ਇਸ ਸਿਚੁਏਸ਼ਨ ਨੂੰ ਮੈਂ ਬੜੇ ਚੰਗੇ ਤਰੀਕੇ ਨਾਲ ਹੈਂਡਲ ਕਰ ਸਕਦਾ। ਪਹਿਲੀ ਗੱਲ ਤੇ ਅਗਲੇ ਨੂੰ ਪੁੱਛਿਆ ਜਾਵੇ ਕਿ ਭਾਜੀ ਤੁਸੀਂ ਠੀਕ ਜੋ, ਤੁਹਾਨੂੰ ਕੋਈ ਸੱਟ ਤੇ ਨਹੀਂ ਲੱਗੀ? ਹਾਂ, ਉਹ ਕਹੂਗਾ ਕਿ ਵੀ ਮੈਂ ਬਿਲਕੁਲ ਠੀਕ ਹੈ, ਮੈਨੂੰ ਕੋਈ ਸੱਟ ਨਹੀਂ ਲੱਗੀ। ਉਹਨੇ ਕਹਿਣਾ ਤੁਹਾਨੂੰ ਸੱਟ ਤੇ ਨਹੀਂ ਲੱਗੀ, ਮੈਂ ਕਹੂੰਗਾ ਮੈਨੂੰ ਕੋਈ ਸੱਟ ਨਹੀਂ ਲੱਗੀ। ਹੁਣ ਉਸ ਤੋਂ ਬਾਅਦ ਵੇਖਣਾ ਕਿ ਮਿਸਟੇਕ ਕਿਹਦੀ ਹੈ। ਠੀਕ ਹੈ, ਤੇ ਉਹਨਾਂ ਨੇ ਕਹਿਣਾ ਜੀ ਸਰ ਮੇਰੀ, ਜੇ ਤੇ ਉਹਦੀ ਮਿਸਟੇਕ ਹੈ ਤੇ ਮੈਂ ਕਹੂੰਗਾ ਭਾਈ ਮੇਰਾ ਮਗਰਾਟ ਟੁੱਟ ਗਿਆ ਜਾਂ ਕੁਛ ਚੀਜ਼ ਡੈਮੇਜ ਹੋ ਗਈ, ਥੋੜਾ ਬਹੁਤਾ ਖਰਚਾ ਦੇ ਦਿਓ ਬਈ, ਮੇਰੀ ਵੀ ਵਾਦੀ ਗੱਲ ਨਹੀਂ ਹੈ ਕਿਉਂਕਿ ਕਸੂਰ ਮੇਰਾ ਨਹੀਂ ਹੈ। ਜੇ ਉਹਦਾ ਹੀ ਕੋਈ ਚੀਜ਼ ਟੁੱਟ ਗਈ ਹੈ ਤਾਂ ਮੈਂ ਵੀ ਕਹਿ ਸਕਦਾ ਬਈ ਤੁਹਾਡੀ ਚੀਜ਼ ਟੁੱਟ ਗਈ ਹੈ, ਏਦਾਂ ਕਰੀਏ ਕਿ ਕਿੰਨੇ ਕੀ ਦੀ ਹੈ। ਉਹ ਕਹੂਗਾ 500-700 ਦੀ, 1000 ਦੀ ਹੈ, ਮੈਂ ਉਹਨੂੰ 1000 ਰੁਪਇਆ ਦੇ ਕੇ ਗੱਲ ਕਰਦਾ, ਖਤਮ। ਇਹ ਮੇਰੀ ਇੱਕ, ਮੈਂ ਇਮੋਸ਼ਨਲੀ, ਭਾਵਨਾ ਦੇ ਤੌਰ ਤੇ ਜੇ ਮੈਂ ਚੰਗਾ ਇਨਸਾਨ ਆ, ਸ਼ਾਂਤ ਇਨਸਾਨ ਆ, ਤੇ ਮੈਂ ਇਸ ਸਿਚੁਏਸ਼ਨ ਨੂੰ ਏਦਾਂ ਹੈਂਡਲ ਕਰਾਂਗਾ। ਠੀਕ ਹੈ ਜੀ। ਤੇ ਜੇ ਮੈਂ ਮਾਨਸਿਕ ਤੌਰ ਤੇ ਐਡਾ ਵਧੀਆ ਨਹੀਂ ਆ, ਮੈਂ ਥੋੜਾ ਜਿਹਾ ਭਾਵੁਕ ਹੋ ਜਾਂਦਾ ਹੈ, ਤੇ ਫਿਰ ਤੇ ਨਿੱਜਰ ਸਾਹਿਬ ਮੈਂ ਗਾਲਾਂ ਹੀ ਕੱਢੂੰਗਾ ਉਹਨੂੰ। ਗਾਲਾਂ ਕੱਢਿਆ ਮਸਲੇ ਦਾ ਹੱਲ ਹੈਗਾ ਨਾ। ਇਹ ਬਹੁਤ ਇੰਪੋਰਟੈਂਟ ਹੈ। ਭਾਵਨਾ ਜਿਹੜੀ ਤੁਹਾਡੀ ਇਮੋਸ਼ਨਲ, ਜਿਹੜੀ ਤੁਹਾਡੀ ਕੁਆਲਿਟੀ ਨਾ ਜੀਵਨ ਦੀ, ਤੁਹਾਡੀ ਜੇ ਕੁਝ ਸੋਚੋ ਨਾ ਕਿ ਵਧੀਆ ਜੀਵਨ ਬਤੀਤ ਕਰਨਾ ਹੈ, ਬੇਸ਼ੱਕ ਤੁਸੀਂ ਅਫਸਰ ਬਣ ਜਾਓ, ਬੇਸ਼ੱਕ ਤੁਹਾਡੇ ਕੋਲ ਕਰੋੜਾਂ ਰੁਪਈਏ ਹੋਣ, ਪਰ ਜਦ ਤੱਕ ਤੁਸੀਂ ਮਾਨਸਿਕ ਬੈਲੈਂਸ 'ਚ ਨਹੀਂ ਨਾ ਜੀਵਨ ਬਤੀਤ ਕਰ ਰਹੇ ਤੇ ਤੁਹਾਡਾ ਜੀਵਨ ਵਧੀਆ ਨਹੀਂ ਹੋਵੇਗਾ। ਨਿੱਜਰ ਸਾਹਿਬ ਬਿਲਕੁਲ ਗੋਰਖੀ ਸਾਹਿਬ, ਦੇਖੋ ਜੇ ਉੱਥੇ ਹੁਣ ਲੜਾਈ ਝਗੜਾ ਕਰ ਲਿਆ ਆਪਾਂ ਨੇ ਤੇ ਗੱਡੀ ਦੀ ਗੱਲ ਤਾਂ ਵੱਖਰੀ ਹੋ ਜਾਣੀ ਆ, ਫਿਰ ਪੁਲਿਸ ਕੇਸ ਵੱਖਰਾ ਹੋ ਜਾਣਾ ਲੜਾਈ ਦਾ। ਤੇ ਬਿਲਕੁਲ ਹੀ ਆ। ਕੱਲ ਅਸੀਂ ਕੇਸ ਕਰ ਰਹੇ ਸਾਂ, ਤੇ ਉਹ ਐਕਚੁਅਲੀ ਵਿੱਚ ਡਾਕਟਰ ਨੂੰ ਫੋਨ ਆ ਗਿਆ, ਹੇਅਰ ਟ੍ਰਾਂਸਪਲਾਂਟ ਚੱਲ ਰਿਹਾ ਸੀ, ਤੇ ਉਹਦੀ ਜਿਹਦੇ ਹੇਅਰ ਟ੍ਰਾਂਸਪਲਾਂਟ ਸੀ ਉਹਦੀ ਸਿਸਟਰ ਵੀ ਨਾਲ ਆਈ ਸੀ। ਉਹ ਐਕਚੁਅਲੀ ਉਹ ਨਰਸ ਸੀ, ਤੇ ਉਹ ਥੋੜੀ ਇਮੋਸ਼ਨਲ ਹੋ ਗਈ। ਉਹ ਕਹਿੰਦੀ ਆ ਕਿ ਮਤਲਬ ਪਹਿਲਾਂ ਭਰਾ ਗਰਮ ਹੋ ਗਿਆ ਜਿਹਦੇ ਹੇਅਰ ਟ੍ਰਾਂਸਪਲਾਂਟ ਹੋ ਰਹੇ ਸੀ, ਫਿਰ ਉਹ ਭੈਣ ਵੀ ਕਹਿੰਦੀ ਨਹੀਂ ਇਹ ਸਹੀ ਨਹੀਂ ਹੈ, ਤੁਸੀਂ ਫੋਨ ਚੁੱਕ ਲਿਆ। ਉਹ ਡਾਕਟਰ ਕਹਿੰਦਾ ਕਿ ਮੈਂ ਜਦੋਂ ਫੋਨ ਚੁੱਕਿਆ ਮੈਂ ਪ੍ਰੋਪਰਲੀ ਹੈਂਡ ਜਿਹੜੇ ਗਲਵਸ ਉਤਾਰੇ ਨੇ, ਉਸ ਤੋਂ ਬਾਅਦ ਮੈਂ ਫੋਨ ਅਟੈਂਡ ਕੀਤਾ। ਤੇ ਚਲੋ ਭਰਾ ਵੀ ਗਰਮ ਹੋ ਗਿਆ, ਉਹ ਤਾਂ ਥੋੜਾ ਜਿਹਾ ਇਮੋਸ਼ਨਲੀ ਏਡਾ ਸਟਰੋਂਗ ਨਹੀਂ ਸੀ, ਭੈਣ ਵੀ ਐਡੀ ਇਮੋਸ਼ਨਲੀ ਸਟਰੋਂਗ ਨਹੀਂ ਸੀ। ਜਿਹੜੀ ਇਹਨਾਂ ਦੀ ਮਾਂ ਮਰੀ ਸੀ ਉਹ ਵੀ ਡਿਪਰੈਸ਼ਨ ਕਰਕੇ ਮਰੀ। ਸੋ ਮੈਂ ਇਹ ਫੀਲ ਕੀਤਾ। ਬਾਅਦ ਦੇ ਵਿੱਚ ਉਹ ਥੋੜੇ ਹਾਈਪਰ ਹੋ ਗਏ। ਫਿਰ ਉਹ ਬਾਅਦ ਦੇ ਵਿੱਚ ਜਦੋਂ ਸ਼ਾਂਤ ਹੋਈ, ਮੈਂ ਤੇ ਉੱਥੇ ਸੀ ਨਹੀਂ, ਡਾਕਟਰ ਹੈਗੇ ਸੀ, ਫਿਰ ਉਹ ਬਾਅਦ ਚ ਸੌਰੀ ਫੀਲ ਕੀਤਾ, ਉਹਨੇ ਮੈਨੂੰ ਵੀ ਕਿਹਾ। ਕਈ ਵਾਰੀ ਨਿੱਜਰ ਸਾਹਿਬ ਆਪਾਂ ਨਾ ਛੋਟੀ ਗੱਲ ਨੂੰ ਜ਼ਿਆਦਾ ਐਂਪਲੀਫਾਈ ਕਰ ਦਿੰਦੇ ਆ। ਬਿਲਕੁਲ ਗੱਲ ਓਡੀ ਹੁੰਦੀ ਨਹੀਂ ਹੈ। ਇਹ ਬਾਣੀ ਵੀ ਸਾਨੂੰ ਜੀਵਨ ਦੀ ਜਾਂਚ ਹੀ ਸਿਖਾਉਂਦੀ ਹੈ। ਤੁਸੀਂ ਇਹ ਨਾ ਸੋਚੋ ਕਿ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ ਕੋਈ ਵੱਖਰੀ ਗੱਲ ਕਰ ਰਿਹਾ, ਇਹ ਨਾਰਮਲ ਹੈ। ਹੁਣ ਇੱਕ ਬੰਦਾ ਹੈ, ਉਹ ਪਰ
ਪਰੇਸ਼ਾਨ ਆ, ਉਹ ਅਪਸੈਟ ਆ, ਤੇ ਉਹ ਮੰਨ ਲਓ ਤੁਹਾਡੇ ਲਈ ਕੋਈ ਮਾੜਾ ਅੱਖਰ ਵੀ ਬੋਲਦਾ ਹੈ ਤੇ ਤੁਸੀਂ ਉਹਨਾਂ ਦੇ ਅੱਖਰਾਂ ਦਾ ਜਵਾਬ ਨਹੀਂ ਦੇਣਾ, ਕਿਉਂਕਿ ਉਹ ਦੁਖੀ ਹੈ ਤੇ ਤੁਸੀਂ ਕਿਉਂ ਦੁਖੀ ਹੋ। ਉਹ ਤੁਹਾਡੇ ਨਾਲ ਲੜਨਾ ਚਾਹੁੰਦਾ ਹੈ, ਕੋਈ ਨਾ ਕੋਈ ਏਦਾਂ ਦਾ ਭੱਦਾ ਕਮੈਂਟ ਕਰੇਗਾ ਉਹ, ਕਿਉਂਕਿ ਉਹਦੇ ਕੋਲ ਇਮੋਸ਼ਨਲ ਕੰਟਰੋਲ ਦਾ ਹੈਗਾ ਨਹੀਂ ਕੋਈ ਸਿਸਟਮ, ਤੇ ਇਸ ਕਰਕੇ ਉਹ ਹੋ ਸਕਦਾ ਕਿ ਤੁਹਾਨੂੰ ਅੱਖਰ ਵੱਧ ਘੱਟ ਬੋਲਦੇ ਪਰ ਤੁਸੀਂ ਸ਼ੁਰੂ ਹੋ ਜਾਓ, ਫਿਰ ਤੇ ਮਾੜੀ ਚੀਜ਼ ਹੈ ਨਾ। ਬਿਲਕੁਲ। ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕਦਾ ਉਹਨੇ, ਪਰ ਮਹਾਤਮਾ ਬੁੱਧ ਸ਼ਾਂਤ ਬੈਠਾ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਕਰਈਆ ਕਹੀ ਜਾਂਦੇ, ਕੋਈ ਭੂਤਨਾ ਕਹੀ ਜਾਂਦਾ, ਕੋਈ ਬਤਾਲਾ ਕਹੀ ਜਾਂਦਾ। ਹੁਣ ਮੈਨੂੰ ਕਹੋਗੇ ਤੇ ਮੈਂ ਕਹੂੰਗਾ ਹਾਂ ਨਾ ਜਾਂ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਪਰ ਗੁਰੂ ਨਾਨਕ ਸਾਹਿਬ ਨੇ ਤੇ ਕੁਛ ਨਹੀਂ ਕਿਹਾ। ਉਹ ਕਹਿੰਦਾ ਕਿ ਤੇਰੀ ਸਟੇਟਮੈਂਟ ਦੀ ਲੋੜ ਨਹੀਂ ਆ, ਨਾ ਮੈਨੂੰ ਤੈਨੂੰ ਮੈਂ ਕੀ ਆ, ਮੈਂ ਕਰਈਆ ਵਾਂ ਜਾਂ ਮੈਂ ਗਿਆਨੀ ਆ, ਇਹ ਮੈਨੂੰ ਪਤਾ ਮੈਂ ਕੀ ਆ, ਪਰ ਤੈਨੂੰ ਦੱਸਣ ਦੀ ਲੋੜ ਨਹੀਂ। ਤੇ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਚੰਗੇ ਕੰਮ ਕਰ ਰਹੇ ਜੋ, ਜੇ ਉੱਥੇ ਤੁਹਾਨੂੰ ਅਗਲਾ ਬੰਦੇ ਦੀ ਸੰਤੁਸ਼ਟੀ ਨਹੀਂ ਆ, ਉਹ ਕਨਫਿਊਜ਼ ਹੈ, ਤੇ ਉਹਦੀ ਮਰਜ਼ੀ ਆ, ਪਰ ਤੁਸੀਂ ਆਪਣੀ ਸ਼ਾਂਤੀ ਨਾ ਭੰਗ ਕਰੋ, ਠੀਕ ਹੈ। ਔਰ ਮੈਂ ਇਹ ਕਹਿਣਾ ਕਿ ਜਦੋਂ ਆਪਾਂ ਇਮੋਸ਼ਨਲੀ ਸਟਰੋਂਗ ਹੁੰਦੇ ਆ ਨਾ, ਤੇ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਬੜੀ ਵਧੀਆ ਹੋ ਜਾਂਦੀ ਹੈ। ਤੇ ਜਦੋਂ ਤੁਸੀਂ ਇਮੋਸ਼ਨਲੀ ਵੀਕ ਜੋ, ਦੇਖੋ ਤੁਹਾਨੂੰ ਅੱਜ ਮੈਂ 3 ਚੀਜ਼ਾਂ ਦੱਸੀਆਂ ਨੇ। ਪਹਿਲੀ 5% ਤੁਹਾਡਾ ਸਰੀਰਕ, 25% ਤੁਹਾਡੇ ਸਰੀਰਕ ਹੈ। ਤੁਸੀਂ ਜੇਕਰ ਚੰਗੇ ਸਰੀਰ ਦੇ ਮਾਲਕ ਜੋ ਨਹੀਂ ਜੋ ਤੇ ਐਕਸਰਸਾਈਜ਼ ਕਰੋ, ਤੁਸੀਂ ਮਾਲਕ ਬਣ ਜਾਓਗੇ। ਇਹ ਤੁਸੀਂ ਫਿਕਸ ਕਰ ਸਕਦੇ ਸਰੀਰ ਨੂੰ, ਹਨਾ। 25% ਤੁਹਾਡੀ ਬੁੱਧੀ ਹੈ, ਔਰ ਬੁੱਧੀ ਦੇ ਲਈ ਤੁਹਾਨੂੰ ਵੇਖੋ, ਪਹਿਲੀ ਗੱਲ ਤੇ ਜੇ ਤੁਹਾਡੀ ਬੁੱਧੀ ਆਪਣੀ ਹੈਗੀ ਹੈ ਤੇ ਬਹੁਤ ਵਧੀਆ, ਨਹੀਂ ਵਧੀਆ ਹੈਗੀ ਤੇ ਫਿਰ ਇਹਦਾ ਕਥਾ ਸੁਣੋ, ਤੁਹਾਡੀ ਬੁੱਧੀ ਆਪੇ ਤਿੱਖੀ ਹੋ ਜਾਣੀ ਹੈ। ਬੁੱਧੀ ਨੂੰ ਕੋਈ ਜ਼ਿਆਦਾ ਮਤਲਬ ਉਹਨੂੰ ਜ਼ਿਆਦਾ ਕੋਈ ਔਖਾ ਕੰਮ ਨਹੀਂ ਗਾ। ਨਿਜਰ ਸਾਹਿਬ ਸਹੀ ਹੈ? ਬਿਲਕੁਲ ਸਹੀ ਹੈ। ਸਧਾਰਨ ਬੁੱਧੀ ਵਾਲਾ ਹੋਏ ਚਾਹੇ ਤੇਜ਼ ਬੁੱਧੀ ਵਾਲਾ ਹੋਏ, ਜੇ ਗਿਆਨ ਲੈ ਲੇਗਾ, ਗੁਰੂ ਦਾ ਗਿਆਨ ਜਿਹੜਾ ਬ੍ਰਹਮ ਗਿਆਨ ਲੈ ਲੇਗਾ, ਤੇ ਆਪਣੇ ਆਪ ਬੁੱਧੀ ਦਾ ਮਸਲਾ ਹੱਲ ਹੋ ਜਾਏਗਾ। ਹਾਂ, ਉਹਨੇ ਸਮਾਰਟ ਹੋ ਜਾਣਾ, ਠੀਕ ਹੈ। ਔਰ ਉਸ ਤੋਂ ਬਾਅਦ ਜਿਹੜਾ 25% ਤੁਹਾਡਾ ਇਮੋਸ਼ਨਲ ਹੈ, ਇਹ ਬਹੁਤ ਵੀਕ ਪੁਆਇੰਟ ਹੈ। 99% ਤੁਹਾਡੇ ਜ਼ਿੰਦਗੀ ਦੀ ਜਿਹੜੀ ਟੈਨਸ਼ਨ ਆ, ਜੋ ਤੁਹਾਡੇ ਫਸਾਦ ਨੇ, ਤੁਹਾਡੀਆਂ ਸਮੱਸਿਆਵਾਂ ਨੇ, ਇਹ ਕੇਵਲ ਇਮੋਸ਼ਨਲ ਤੁਸੀਂ ਵੀਕ ਜੋ। 5 ਰੁਪਏ ਦੀ ਗੱਲ ਤੁਸੀਂ 100 ਰੁਪਏ ਰਿਐਕਟ ਕਰਦੇ ਪਏ ਜੋ, ਜਦ ਕਿ ਉਹਦਾ ਪੁਆਇੰਟ ਹੀ ਨਹੀਂ ਸੀ। ਇਹ ਘਰਾਂ ਦੀ ਬਹੁਤ ਵੱਡੇ ਜਿਹੜੇ ਮਸਲੇ ਨੇ, ਸਮੱਸਿਆਵਾਂ ਨੇ, ਉਹਦਾ ਕਾਰਨ ਕੀ ਹੈ? ਉਹਦਾ ਮਸਲਾ ਨਹੀਂ ਸੀ ਜਿੱਦਾਂ ਆਪਾਂ ਰਿਐਕਸ਼ਨ ਕਰ ਲਿਆ ਸੀ। ਬਿਲਕੁਲ। ਔਰ ਫਿਰ ਉਸ ਤੋਂ ਬਾਅਦ ਵੱਡਾ ਐਕਸ਼ਨ ਕਰੋਗੇ ਤੇ ਉਸ ਤੋਂ ਬਾਅਦ ਉਹ ਐਵਰੀ ਐਕਸ਼ਨ ਇਜ਼ ਇਕੁਅਲ ਰਿਐਕਸ਼ਨ। ਜਿੱਦਾਂ ਦਾ ਤੁਸੀਂ ਐਕਸ਼ਨ ਕਰੋਗੇ ਉਦਾਂ ਦਾ ਹੀ ਅਗਲੇ ਬੰਨੇ ਰਿਐਕਸ਼ਨ ਮਿਲਣਾ। ਕਿਉਂਕਿ ਅਗਲਾ ਤਾਂ ਥੋੜੀ ਕੋਈ ਸੰਤ ਬੈਠਾ ਹੈ, ਅਗਲਾ ਕੋਈ ਸੰਤ ਥੋੜੀ ਹੈਗਾ ਮਹਾਤਮਾ ਬੁੱਧ ਵਾਂਗੂ ਚੁੱਪ ਕਰਕੇ ਬਹਿ ਜਾਏਗਾ। ਉਹ ਤੇ ਸੰਸਾਰਿਕ ਮਨੁੱਖ ਹੈ। ਉਹਨੇ ਰਿਐਕਸ਼ਨ ਕਰਨਾ ਤੁਹਾਡੇ ਗੜੀ, ਉਹ ਰਿਐਕਸ਼ਨ ਕਰੂਗਾ ਤੇ ਨੈਚੁਰਲੀ ਜੋ ਤੁਸੀਂ ਐਕਸ਼ਨ ਕੀਤਾ ਉਹਦਾ ਰਿਐਕਸ਼ਨ ਵੀ ਉਦਾਂ ਦਾ ਹੀ ਆਵੇਗਾ। ਸੋ ਇਹ ਚੀਜ਼ਾਂ ਨੇ ਬੜੀਆਂ ਧਿਆਨ ਨਾਲ ਆਪਣੇ ਜੀਵਨ 'ਚ ਲੈ ਕੇ ਆਉਣੀਆਂ। ਇਮੋਸ਼ਨਲੀ ਸਟਰੋਂਗ ਤੁਸੀਂ ਉਦੋਂ ਹੋਵੋਗੇ, ਬਾਣੀ 'ਚ ਇੱਕ ਅੱਖਰ ਹੈਗਾ, ਉਹਨੂੰ ਸੰਤੋਖ ਕਿਹਾ ਗਿਆ, ਧੀਰਜ, ਖਿਮਾ, ਬੜੇ ਇੰਪੋਰਟੈਂਟ ਅੱਖਰ ਨੇ ਇਹ। ਤੁਹਾਡੀ ਇਮੋਸ਼ਨਲ ਜਿਹੜੀ ਬੈਲੈਂਸ ਜਿਹੜਾ ਵਿਗੜ ਗਿਆ ਨਾ, ਉਹਨੂੰ ਸਹੀ ਕਰਨ ਵਾਸਤੇ ਇਹ ਅੱਖਰ ਦੱਸੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਧੀਰਜ ਸੁਨਿਆਰ, ਧੀਰਜ ਨਾਲ ਜੀਵਨ ਬਤੀਤ ਕਰਨਾ ਹੈ, ਸੁਨਿਆਰੇ ਵਾਂਗੂ ਚੱਲਣਾ ਹੈ, ਹੌਲੀ ਹੌਲੀ, ਕਲਪਨਾ ਨਹੀਂ। ਕਿਉਂ? ਕਿਉਂਕਿ ਸਿਚੁਏਸ਼ਨ ਆ ਗਈ ਹੈ ਹੁਣ। ਇੱਕ ਮੇਰੀ ਗੱਲ ਸੁਣੋ, ਇੱਕ ਕੋਈ ਮਸ਼ੀਨ ਖਰਾਬ ਆ, ਮਸ਼ੀਨ ਨੂੰ ਤੁਸੀਂ ਗਾਲਾਂ ਕੱਢ ਕੇ ਵੀ ਸਹੀ ਕਰ ਸਕਦੇ ਜੋ, ਕੋਈ ਪ੍ਰੋਬਲਮ ਨਹੀਂ ਆ। ਮਸ਼ੀਨਾਂ ਨੇ ਜਿਸ ਅੱਗੋਂ ਰਿਪਲਾਈ ਕਰਨਾ ਨਾ, ਮਸ਼ੀਨਾਂ ਤਾਂ ਸਹੀ ਤਾਂ ਹੋਣਾ ਜੇ ਤੁਹਾਡੇ ਕੋਲ ਸਕਿੱਲ ਹੈਗੀ ਆ। ਭਾਵੇਂ ਗਾਲਾਂ ਕੱਢ ਕੇ ਕਰ ਲਓ ਤੇ ਭਾਵੇਂ ਤੁਸੀਂ ਪ੍ਰੇਮ ਨਾ ਕਰ ਲਓ। ਪਰ ਜਦੋਂ ਮਰੀਜ਼ ਕੋਲ ਜਾਊਗਾ ਨਾ, ਮਰੀਜ਼ ਕੋ ਡਾਕਟਰ ਕੋ ਮਰੀਜ਼ ਜਾਊਗਾ, ਉੱਥੇ ਗੱਲ ਬਦਲ ਜਾਣੀ ਜੇ। ਉੱਥੇ ਉਸ ਮਰੀਜ਼ ਨੂੰ ਦਵਾਈ ਦੇ ਨਾਲ ਤੁਹਾਨੂੰ ਮਾਨਸਿਕ ਸਪੋਰਟ ਵੀ ਦੇਣੀ ਪੈਣੀ ਆ ਕਿ ਮੈਂ ਤੈਨੂੰ ਠੀਕ ਕਰ ਦਾਂਗਾ, ਤੂੰ ਫਿਕਰ ਨਾ ਕਰ। ਇੰਨੇ ਸਮੇਂ 'ਚ ਤੈਨੂੰ ਫਰਕ ਪੈਣ ਲੱਗ ਜਾਏਗਾ। ਕਿਉਂਕਿ ਉਹ ਜੋ ਤੁਸੀਂ ਮਸ਼ੀਨ ਦੇ ਨਾਲ ਵਰਤਾਅ ਕੀਤਾ ਹੈ ਨਾ, ਤੁਸੀਂ ਬੰਦੇ ਨਾਲ ਓਦਾਂ ਨਹੀਂ ਕਰ ਸਕਦੇ। ਉਹ ਬੰਦਾ ਵਾ, ਉਹ ਮੁਰਦਾ ਨਹੀਂ ਹੈਗਾ। ਤੁਸੀਂ ਕੋਈ ਵੀ ਫਾਲਤੂ ਗੱਲ ਘਰੇ ਨਹੀਂ ਕਰ ਸਕਦੇ, ਕਿਉਂਕਿ ਉਹ ਤੁਸੀਂ ਗੱਲ ਕਰਤੀ, ਉਹ ਵਿਚਾਰੇ ਦਾ ਤੇ ਦਿਨ ਹੀ ਖਰਾਬ ਕਰਤਾ ਤੁਸੀਂ। ਬਿਲਕੁਲ ਸਹੀ ਗੱਲ ਹੈ। ਵਿਚਾਰੇ ਕੋਈ ਗੱਲ ਨਿਕਲਣੀ ਨਹੀਂ, ਉਹ ਛੱਡ ਹੀ ਨਹੀਂ ਸਕਦਾ। ਉਹਨੇ ਰੋਣਾ ਲੋਕਾਂ ਕੋ, ਘੱਟੋ ਘੱਟ 10 ਬੰਦਿਆਂ ਨੂੰ ਫੋਨ ਕਰਨਾ। ਉਹਨੇ ਕਹਿਣਾ ਜੀ ਵੇਖੋ ਜੀ ਮੇਰੀ ਸੱਸ ਨੇ ਮੈਨੂੰ ਆਹ ਫਲਾਨੀ ਗੱਲ ਕਹਿ ਦਿੱਤੀ। ਸੱਸ ਨੇ ਕਹਿਣਾ ਕਿ ਦੇਖੋ ਜੀ ਮੇਰੀ ਨੂੰਹ ਨੇ ਫਲਾਨੀ ਗੱਲ ਕਹਿ ਦਿੱਤੀ ਹੈ। ਕੀ ਕਰੇ ਵਿਚਾਰਾ? ਹੋਰ ਕੋਈ ਆਪਸ਼ਨ ਨਹੀਂ ਹੈਗਾ, ਤੁਹਾਡੇ ਸਾਹਮਣੇ ਬੋਲ ਨਹੀਂ ਸਕਦਾ। ਇਹ ਹੱਥਾਂ
ਬਾਣੀ ਕਹਿੰਦੀ ਆ, ਦੇਖ ਜੋ ਤੂੰ ਬੋਲ ਰਿਹਾ ਹੈ ਤੇ ਤੂੰ ਬਿਲਕੁਲ ਸ਼ਾਂਤੀ ਨਾਲ ਬੋਲ, ਕਿਉਂਕਿ ਤੂੰ ਡਿਸਟਰਬ ਨਹੀਂ ਕਰਨਾ ਉਸ ਸਿਸਟਮ ਨੂੰ। ਕਿਉਂਕਿ ਦੇਖੋ ਆਤਮਾ ਹਰ ਜਗ੍ਹਾ ਤੇ ਬੈਠੀ ਹੈ। ਮਨ ਆਤਮਾ ਨਾਲ ਜੁੜਦਾ ਹੈ, ਆਤਮਾ ਪਰਮਾਤਮਾ ਨਾਲ ਜੁੜਦੀ ਹੈ। ਆਤਮਾ ਦਾ ਮਤਲਬ ਬ੍ਰਹਮ ਦੀ ਛੋਟੀ ਜਿਹੀ ਇਕਾਈ, ਉਹ ਬ੍ਰਹਮ ਦੇ ਨਾਲ ਜੁੜੀ ਹੋਈ ਹੈ। ਜਿੱਦਾਂ ਮਤਲਬ ਦੇਖੋ ਆਪਣੀ ਅੰਡਰਸਟੈਂਡ ਕਰੋ, ਤੁਹਾਡੇ ਘਰ ਜਿਹੜੀ ਸਪਲਾਈ ਆਉਂਦੀ ਹੈ ਉਹ ਟਰਾਂਸਫਾਰਮ ਨਹੀਂ ਆ, ਟਰਾਂਸਫਾਰਮਰ ਦੀ ਥੋੜੀ ਜਿਹੀ ਬੱਤੀ ਤੁਹਾਡੇ ਘਰ ਆ ਰਹੀ ਹੈ। ਨਿੱਜਰ ਸਾਹਿਬ ਅੰਡਰਸਟੈਂਡ ਕਰ ਰਹੇ ਹੋ ਆਪ? ਬਿਲਕੁਲ ਹਾਂ, ਆਤਮਾ ਤੇ ਪਰਮਾਤਮਾ। ਪਰਮਾਤਮਾ ਕੀ, ਜਿਹੜੇ ਜਿੱਥੋਂ ਬੱਤੀ ਆ ਰਹੀ ਹੈ, ਤੇ ਹੁਣ ਪਰਮਾਤਮਾ ਡਾਇਰੈਕਟ ਨਹੀਂ ਕੰਡਕਟ ਕਰਦੀ। ਤੁਸੀਂ ਕਿਹੜਾ ਭਾਗੜਾ ਡੈਮ ਦੇ ਕੋਲ ਪਹੁੰਚੇ ਜੋ, ਤੁਹਾਡੇ ਘਰ ਜਿਹੜੀ ਬੱਤੀ ਆ ਰਹੀ ਹੈ ਉਹ ਘੁੰਮ ਘੁਮਾ ਕੇ ਆ ਰਹੀ ਹੈ। ਇਸ ਨੂੰ ਡਾਇਰੈਕਟ ਸਪਲਾਈ ਨਹੀਂ ਹੈ ਤੁਹਾਡੇ ਕੋਲ। ਸੋ ਇਸੇ ਤਰ੍ਹਾਂ ਹੀ ਸਾਡਾ ਮਨ ਪਹਿਲਾਂ ਆਤਮਾ ਨਾਲ ਜੁੜਦਾ ਹੈ, ਤੇ ਆਤਮਾ ਜਿਹੜੀ ਹੈ ਇਟ ਇਜ਼ ਸਮੌਲ ਐਨਰਜੀ, ਸਮੌਲ ਯੂਨਿਟ ਹੈ। ਉਹ ਚੇਤਨਾ ਦਾ ਛੋਟਾ ਜਿਹਾ ਯੂਨਿਟ ਹੈ, ਉਹ ਜੋ ਬ੍ਰਹਮ ਤੋਂ ਆਇਆ, ਜਿੰਨਾ ਹੀ ਬਰਦਾਸ਼ਤ ਕਰ ਸਕਦੇ। ਠੀਕ ਹੈ ਜੀ, ਬਿਲਕੁਲ। ਸੋ ਉੱਥੋਂ ਤੱਕ ਪਹੁੰਚਣ ਦੇ ਲਈ ਸਾਰੀ ਭਗਤੀ ਚੱਲ ਰਹੀ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਆਤਮਾ ਤੱਕ ਪਹੁੰਚ ਜਾਈਏ। ਉਹ ਕਹਿੰਦੇ ਆ ਕਿ ਨਿਕਲ ਜਾ ਅਕਲ ਸੇ ਆਗੇ, ਜੇ ਚਰਾਗੇ ਰਾਹ ਹੈ ਮੰਜ਼ਿਲ ਨਹੀਂ। ਕਿਉਂਕਿ ਤੇਰੀ ਕਿਸ਼ਤੀ ਜਿਹੜੀ ਹੈ, ਤੂੰ ਕਿਸ਼ਤੀ ਤੇ ਸਫ਼ਰ ਕਰਨਾ ਹੈ, ਕਿਸ਼ਤੀ ਤੇਰੀ ਮੰਜ਼ਿਲ ਨਹੀਂ ਹੈ। ਪਰ ਬੰਦਾ ਕੀ ਕਰਦਾ ਹੈ, ਕਿਸ਼ਤੀ ਨੂੰ ਹੀ ਆਪਣੀ ਮੰਜ਼ਿਲ ਸਮਝ ਲੈਂਦਾ ਹੈ, ਤੇ ਉਹਦੇ ਕਰਕੇ ਡਿਸਪਿਊਟ ਪੈਂਦੇ ਆ। ਜਦੋਂ ਬ੍ਰਹਮ ਗਿਆਨੀ ਪੈਦਾ ਹੁੰਦਾ ਹੈ, ਦੇਖੋ ਬ੍ਰਹਮ ਗਿਆਨੀ ਕਰਦਾ ਕੀ ਹੈ, ਉਹ ਸਭ ਤੋਂ ਪਹਿਲਾਂ ਆ ਕੇ ਜਿਹੜੀ ਅਸਲੀਅਤ ਹੈ ਨਾ ਉਹਨੂੰ ਪ੍ਰਗਟ ਕਰਦਾ ਹੈ। ਦੇਖੋ ਹੁਣ ਦੇਖੋ ਇੰਡੀਆ ਦੇ ਵਿੱਚ ਕਰੰਸੀ ਚੇਂਜ ਹੋਈ, ਚਲੋ ਫੜੀ ਗਈ ਨਹੀਂ ਫੜੀ ਗਈ ਗੱਲ ਵੱਖਰੀ ਆ, ਪਰ ਨਕਲੀ ਕਰੰਸੀ ਤੇ ਸੀ ਨਾ। ਤੁਹਾਨੂੰ ਪਤਾ ਹੈ 50 ਦੇ ਨੋਟ ਤੇ ਇੱਕ ਤੇ ਝੰਡਾ ਨਹੀਂ ਹੈਗਾ, ਉਹ ਨਕਲੀ ਸੀ। ਕਾਫੀ ਜ਼ਿਆਦਾ ਨੋਟ ਸੀ, ਤੁਸੀਂ ਵੇਖੇ ਹੋਣੇ। ਕਈ ਵਾਰ ਕੀ ਹੁੰਦਾ ਹੈ ਕਿ ਲਗਾਤਾਰ ਨਕਲੀ ਕਰੰਸੀ ਜਦੋਂ ਚੱਲਦੀ ਰਹਿੰਦੀ ਹੈ ਤੇ ਨੱਜਾ ਸਾਹਿਬ ਉਹ ਅਸਲੀ ਤੇ ਅਟੈਕ ਕਰ ਦਿੰਦੀ ਹੈ, ਅਸਲੀ ਤੋਂ ਪਾਵਰਫੁਲ ਹੋ ਜਾਂਦੀ ਹੈ। ਤੇ ਇਸ ਲਈ ਕੀ ਕਰਦੀ ਆ ਗੌਰਮੈਂਟ, ਕੋਈ ਨਾ ਕੋਈ ਸਾਧਨ ਕੱਢਦੀ ਆ ਕਿ ਨਕਲੀ ਕਰੰਸੀ ਨੂੰ ਘੱਟ ਕੀਤਾ ਜਾਵੇ, ਜਾਂ ਕੋਈ ਏਦਾਂ ਦਾ ਮੈਜਰਮੈਂਟ, ਏਦਾਂ ਦਾ ਕੋਈ ਪੈਰਾਮੀਟਰ ਸਥਾਪਿਤ ਕੀਤਾ ਜਾਵੇ ਕਿ ਜਿਹਦੇ ਨਾਲ ਨਕਲੀ ਜਿਹੜੀ ਚੀਜ਼ ਆ ਮਾਰਕੀਟ ਚੋਂ ਬਾਹਰ ਆ ਜਾਏ। ਇਸੇ ਹੀ ਤਰ੍ਹਾਂ ਬ੍ਰਹਮ ਗਿਆਨੀ ਧਰਤੀ ਤੇ ਆਉਂਦੇ ਰਹਿੰਦੇ ਨੇ, ਜਨਮ ਲੈਂਦੇ ਰਹਿਣਗੇ, ਕਿਉਂਕਿ ਨਕਲੀ ਜਦੋਂ ਜ਼ਿਆਦਾ ਹੋ ਜਾਂਦੇ ਆ ਨਾ ਤੇ ਫਿਰ ਉਹ ਬ੍ਰਹਮ ਗਿਆਨੀ ਪੈਦਾ ਹੋ ਕੇ, ਦੇਖੋ ਬ੍ਰਹਮ ਗਿਆਨੀ ਕੀ ਕਰਦੇ ਆ, ਫਿਰ ਨਕਲੀ ਨੂੰ ਕਾਟ ਕਰਦੇ ਆ। ਨਿੱਜਰ ਸਾਹਿਬ ਬਿਲਕੁਲ, ਉਹ ਫਿਰ ਕੀ ਕਰਦੇ, ਤੁਹਾਨੂੰ ਕਰਮ ਕਾਂਡਾਂ ਤੋਂ ਮੁਕਤ ਕਰਦੇ। ਫਿਰ ਉਹ ਕੀ ਕਰਦੇ ਆ, ਉਹ ਲੋਕਾਂ ਨੂੰ ਤੇ ਉਪਦੇਸ਼ ਕਰਦੇ ਹੀ ਕਰਦੇ ਆ, ਪਰ ਉਹ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਸੰਤ ਸਮਝਦੇ ਨੇ, ਕੋਈ ਸਾਧੂ ਸਮਝਦਾ ਹੈ, ਉਹਨਾਂ ਨੂੰ ਉਪਦੇਸ਼ ਕਰਦੇ ਆ, ਕਿਉਂਕਿ ਉਹਨਾਂ ਦੇ ਨਾਲ ਵੀ ਲੋਕ ਜੁੜੇ ਹੁੰਦੇ ਆ। ਤੇ ਫਿਰ ਉਹ ਇਸੇ ਤਰ੍ਹਾਂ ਹੀ ਸਿਸਟਮ ਚੱਲਦਾ ਹੈ। ਸੱਚ ਨੂੰ ਵੀ ਪ੍ਰਚਾਰ ਕਰਨਾ ਪਊਗਾ। ਇਹ ਵਿਧਾਤੇ ਨੇ ਏਦਾਂ ਹੀ ਸਿਸਟਮ ਬਣਾਇਆ। ਉਹ ਕਹਿੰਦਾ ਕਿ ਨੈਗੇਟਿਵਿਟੀ ਵੀ ਜਿਹੜੀ ਆਪਣਾ ਪ੍ਰਚਾਰ ਕਰੇ, ਤੇ ਉਸੇ ਤਰ੍ਹਾਂ ਪੋਜ਼ਿਟਿਵਿਟੀ ਵੀ ਆ, ਸੱਚ ਨੂੰ ਵੀ ਪ੍ਰਚਾਰ ਕਰਨਾ ਪਊਗਾ। ਅਸਲੀਅਤ ਦੇਖੋ, ਜਿਹੜੇ ਵਧੀਆ ਬ੍ਰਾਂਡ ਹੈਗੇ ਨੇ ਉਹ ਵੀ ਪ੍ਰਚਾਰ ਕਰਦੇ ਨੇ, ਉਹਨਾਂ ਦੀ ਮਸ਼ਹੂਰੀਆਂ ਵੇਖੋ ਟੀਵੀ ਤੇ ਆਉਂਦੀਆਂ ਨੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਔਰ ਲੋਕਾਂ ਨੂੰ ਪਤਾ ਹੈ, ਜਿਨ੍ਹਾਂ ਨੂੰ ਸੱਚ ਦਾ ਪਤਾ ਹੈ, ਉਹਨਾਂ ਨੇ ਕੀਮਤੀ ਚੀਜ਼ ਜਿਹੜੀ ਹੈਗੀ ਜ਼ਿਆਦਾ ਪੈਸੇ ਦੇ ਕੇ ਖਰੀਦਦੇ ਆ। ਉਹ ਹਾਂ ਮਹਿੰਗੀ ਆ, ਕਿਉਂਕਿ ਉਹ ਓਰੀਜਨਲ ਆ, ਤੇ ਸਸਤਾ ਤੁਹਾਨੂੰ ਪਤਾ ਹੀ ਬਹੁਤ ਸਸਤਾ ਹੈ, ਜਿੱਥੋਂ ਮਰਜ਼ੀ ਲੈ ਲਓ। ਉਹਦੇ ਲਈ ਕੋਈ ਤੁਹਾਨੂੰ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਹਾਡੀ ਗਲੀ 'ਚ ਵਾਧੂ ਦੁਕਾਨਾਂ ਨੇ। ਠੀਕ ਹੈ ਜੀ। ਤੇ ਜੇਕਰ ਤੁਸੀਂ ਅਸਲੀ ਚੀਜ਼ ਖਰੀਦਣੀ ਹੈ ਤੇ ਉਹਦਾ ਮਾਨਤਾ ਪ੍ਰਾਪਤ ਜਿਹੜਾ ਸ਼ੋਰੂਮ ਆ, ਜਿਹੜਾ ਪ੍ਰੋਪਰ, ਉੱਥੋਂ ਤੁਹਾਨੂੰ ਚੀਜ਼ ਬਾਈ ਕਰਨੀ ਪਊ, ਪੂਰੇ ਗੁਰੂ ਕੋਲ। ਠੀਕ ਹੈ ਜੀ। ਇਸੇ ਚੀਜ਼, ਹਾਂ ਪੂਰੇ ਗੁਰੂ ਕੋਲ ਜਾਓ, ਉੱਥੋਂ ਗਿਆਨ ਪ੍ਰਾਪਤ ਕਰੋ। ਆਪਾਂ ਜਿਹੜਾ ਗਿਆਨ ਲੈ ਰਹੇ ਨੇ, ਆਪਾਂ ਕਿਸੇ ਅਧੂਰੇ ਦਾ ਗਿਆਨ ਨਹੀਂ ਲੈ ਰਹੇ, ਆਪਾਂ ਗੁਰੂਆਂ ਦਾ ਗਿਆਨ ਪ੍ਰਾਪਤ ਕਰ ਰਹੇ ਹਾਂ। ਉਹਨਾਂ ਪੂਰੇ ਗੁਰੂਆਂ ਦਾ, ਜਿਨ੍ਹਾਂ ਨੇ ਸਾਡੇ ਲਈ ਕੁਝ ਮਾਪਦੰਡ ਕੱਢੇ ਸੀ, ਕੁਝ ਕਰਨਾ ਹੈ, ਕੁਝ ਨਹੀਂ ਕਰਨਾ ਹੈ। ਉਹਨਾਂ ਨੇ ਕੀ ਨਹੀਂ ਕਰਨ ਵਾਸਤੇ ਕਿਹਾ, ਕੀ ਕਰਨ ਵਾਸਤੇ ਕਿਹਾ, ਇਹੋ ਗੱਲ ਦਾ ਜਿਹੜਾ ਭੇਦ ਲੈਣ ਵਾਸਤੇ ਆਪਾਂ ਹਰ ਦਿਨ ਇਕੱਠੇ ਹੋ ਰਹੇ ਹਾਂ। ਬਿਲਕੁਲ ਸਹੀ ਗੱਲ ਹੈ ਕਿ ਅਸਲ ਦੇ ਵਿੱਚ ਬ੍ਰਹਮ ਗਿਆਨੀ ਕਹਿੰਦਾ ਕੀ ਹੈ। ਅਸਲ ਚ ਤੇ ਹੁਣ ਗੁਰੂ ਗ੍ਰੰਥ ਸਾਹਿਬ ਪੜ੍ਹੀ ਜਾਓ, ਉਹਦੇ ਚ ਤਾਂ ਕੁਛ ਨਹੀਂ ਤੁਹਾਨੂੰ ਲੱਭਣਾ। ਅਸਲ ਚ ਬ੍ਰਹਮ ਗਿਆਨੀ ਕਹਿ ਕੇ ਕੀ ਗਿਆ, ਕੀ ਕਿਹਾ ਉਹਨਾਂ ਨੇ ਬਾਣੀ ਚ? ਬਾਣੀ ਤੇ ਅੱਜ ਪ੍ਰਗਟ ਹੁੰਦੀ ਹੈ, ਬਾਣੀ ਕਿੱਥੇ ਪ੍ਰਗਟ ਹੋਈ ਹੈ? ਜਦੋਂ ਬਾਣੀ ਦੇ ਵਿੱਚ ਤੁਸੀਂ ਇੰਟਰਫੇਰੈਂਸ ਕਰ ਦਿੰਦੇ ਜੋ, ਫਿਰ ਬਾਣੀ ਦਾ ਜਿਹੜਾ ਅਰਥ ਹੈ ਨਾ ਬਦਲ ਜਾਂਦਾ ਹੈ, ਅਰਥ ਦੇ ਅਨਰਥ ਹੋ ਜਾਂਦੇ ਆ। ਬਾਣੀ ਦੇ ਅਰਥ ਜਿਹੜੇ ਆ ਲਗਾਤਾਰ ਹੋਣੇ ਚਾਹੀਦੇ ਆ। ਸਾਡੇ ਤੋਂ ਬਾਅਦ ਵੀ ਲੋਕ ਆਉਣਗੇ, ਉਹ ਵੀ ਹੋਰ ਅਰਥ ਕਰਨਗੇ ਵਧੀਆ, ਸਾਡੇ ਤੋਂ ਵੀ ਵਧੀਆ ਕਰਨਗੇ। ਕਿਉਂ ਕਰਨਗੇ? ਕਿਉਂਕਿ ਸਮੇਂ ਦੇ ਅਨੁਸਾਰ ਚੀਜ਼ ਨੂੰ ਅਪਗ੍ਰੇਡ ਕਰਨਾ ਪੈਣਾ।
ਨਿੱਜਰ ਸਾਹਿਬ ਸਹੀ ਹੈ ਜੀ? ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਜਿਹੜੀ ਬਾਣੀ ਤਾਂ ਇਹੀ ਕਹਿੰਦੀ ਹੈ, ਭਾਈ ਤੂੰ ਜਿਹੜਾ ਝੂਠ ਫੜਿਆ ਹੋਇਆ ਇਹਨੂੰ ਛੱਡ ਦੇ ਤੇ ਸੱਚ ਨੂੰ ਫੜ ਲਾ, ਬਸ ਇੰਨੀ ਕੀ ਗੱਲ ਹੈ। ਹਾਂ, ਕਿਉਂਕਿ ਤੇਰਾ ਜਿਹੜਾ ਰਸਤਾ ਹੈ, ਜਿਸ ਤਰੀਕੇ ਨਾਲ ਤੂੰ ਬਿਜ਼ਨਸ ਕਰ ਰਿਹਾ ਨਾ, ਉਹ ਕਹਿੰਦੇ ਕਿ ਤੂੰ ਬੜਾ ਗਲਤ ਬਿਜ਼ਨਸ ਕਰ ਰਿਹਾ। ਹੁਣ ਗਲਤ ਤੋਂ ਭਾਵ ਉਹ ਕੀ ਕਹਿ ਰਹੇ ਆ ਕਿ ਜਿਹੜੀ ਕਿਸ਼ਤੀ ਤੇ ਤੂੰ ਬੈਠਾ ਹੈ, ਤੂੰ ਇੱਥੇ ਲੋਡ ਪਾਈ ਜਾ ਰਿਹਾ, ਪਰ ਲੋਡ ਜਿਹੜਾ ਪਤਾ ਕਦਾ ਪਾ ਰਿਹਾ, ਤੂੰ ਪਾ ਰਿਹਾ ਸੋਨੇ ਦਾ ਲਾਲਚ। ਮਤਲਬ ਉਹ ਹੁਣ ਕਿਸ਼ਤੀ ਤੁਹਾਡੀ ਦੀ ਕਪੈਸਿਟੀ ਹੋਵੇ 1 ਕੁਇੰਟਲ ਵਜਨ ਚੁੱਕਦੀ ਹੋਵੇ, 70 ਕਿਲੋ ਤੁਹਾਡਾ ਹੋਵੇ, 30 ਕਿਲੋ ਤੁਹਾਡੇ ਕੋਲ ਤਾਂ ਸਪੇਅਰ ਬਚੀ ਹੋਈ ਜਗ੍ਹਾ, ਤੇ ਤੁਸੀਂ ਉੱਥੇ ਸੋਨੇ ਦੀ ਇੱਟਾਂ ਸੁੱਟੀ ਜਾਓ ਤੇ ਤੁਹਾਨੂੰ ਕੋਈ ਸਿਆਣਾ ਕਹੂਗਾ ਨਾ? ਉਹਨਾਂ ਕਹਿਣਾ ਮੂਰਖ ਹੈ, ਇਹਨੂੰ ਪਤਾ ਨਹੀਂ ਕਿੰਨਾ ਗਲਤ ਬਿਜ਼ਨਸ ਕਰ ਰਿਹਾ, ਕਿਉਂਕਿ ਉਹ ਜਿਹੜਾ ਸੋਨਾ ਚੁੱਕ ਰਿਹਾ, ਇਹਦੀ ਕਿਸ਼ਤੀ ਡੁੱਬ ਜਾਏਗੀ, ਛੱਲ ਆਉਣੀ ਹੈ ਤੇ ਮੁੜ ਕੇ ਕਿਸ਼ਤੀ ਨੇ ਉੱਠਣਾ ਹੀ ਨਹੀਂ, ਵਜਨ ਜ਼ਿਆਦਾ ਹੋ ਜਾਣਾ। ਸੋ ਇਹ ਗੱਲਬਾਤ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂਜੀ ਬਿਲਕੁਲ ਸਹੀ ਹੈ। ਹੁਣ ਜਿਹੜਾ ਕੋਈ 25% ਤੁਸੀਂ ਜਿਹੜਾ ਹੈਗਾ ਗਿਆਨ ਦੀ ਗੱਲ ਕੀਤੀ ਆ, 25% ਜਿਹੜੀ ਸਰੀਰ ਦੀ ਗੱਲ ਕੀਤੀ ਆ, ਤੇ 25% ਜਿਹੜੀ ਹੈਗੀ ਭਾਵਨਾ ਦੀ ਗੱਲ ਕੀਤੀ ਆ। ਇਸ ਤੋਂ ਬਾਅਦ 25% ਬਾਕੀ ਆ, ਉਹ ਭਾਈ ਐਕਸ਼ਨ ਹੈਗਾ, ਜੋ ਕਾਰਵਾਈ ਕਰਨੀ ਆ, ਜੋ ਜਿੱਧਰ ਨੂੰ ਤੁਰਨਾ ਹੈ, ਉਹ 25% ਨਾਲ ਯਾਤਰਾ ਕਰਨੀ ਆ ਆਪਾਂ ਨੇ। ਹਾਂਜੀ ਗੁਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਨਿੱਜਰ ਸਾਹਿਬ, ਅਗਲੀ ਤੁਕ ਬੋਲੀਏ। ਮਹਲਾ ਚੌਥਾ। ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਕਹਿੰਦੇ ਜਿਹੜੇ ਸਤਿਗੁਰੂ ਦੀ ਜਿਹੜੇ ਬ੍ਰਹਮ ਗਿਆਨੀ ਹੈਗੇ ਨਾ, ਇਹ ਹਮੇਸ਼ਾ ਹੀ ਦਿਆਲ ਹੈਗੇ ਆ, ਉਹਨਾਂ ਨੂੰ ਹਮੇਸ਼ਾ ਹੀ ਦਇਆ ਹੁੰਦੀ ਹੈ ਉਹਨਾਂ ਦੇ ਅੰਦਰ। ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਹਮੇਸ਼ਾ ਹੀ ਦਇਆ ਹੁੰਦੀ ਹੈ ਉਹਨਾਂ ਦੇ ਅੰਦਰ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇੱਕ ਸੋਏ। ਅੰਦਰੋਂ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਹੈਗਾ ਬ੍ਰਹਮ ਗਿਆਨੀਆਂ ਨੂੰ। ਉਹ ਸਾਰਿਆਂ ਦੇ ਅੰਦਰ ਬ੍ਰਹਮ ਦੇਖਦੇ ਆ, ਹਰੇਕ ਦੇ ਅੰਦਰ। ਸਭ ਦੇਖੇ ਬ੍ਰਹਮ ਇੱਕ ਸੋਏ, ਇੱਕ ਮਾਲਕ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਦੇਖਦੇ ਆ। ਨਿਰਵੈਰਾਂ ਨਾਲ ਜੇ ਵੈਰ ਚਲਾਇੰਦੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਪਰ ਹੁਣ ਜਿਹੜੇ ਹੈਗੇ, ਜਿਹੜੇ ਨਿਰਵੈਰਾਂ ਦੇ ਨਾਲ ਵੈਰ ਚਲਾਉਂਦੇ ਆ ਭਾਈ, ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਵੀ ਬੰਦਾ ਜਿਹੜਾ ਹੈਗਾ, ਇੱਕ ਵੀ ਸੁਖੀ ਨਹੀਂ ਹੋਇਆ, ਇੱਕ ਵੀ ਸੁਖੀ ਨਹੀਂ ਹੋਇਆ। ਕੋਈ ਵੀ ਤਿਸ਼ਟਿਆ ਨਹੀਂ, ਸ਼ਾਂਤੀ ਕਿਸੇ ਦੇ ਅੰਦਰ ਨਹੀਂ ਆਈ ਭਾਈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਔਰ ਬ੍ਰਹਮ ਗਿਆਨੀ ਸਾਰਿਆਂ ਦਾ ਭਲਾ ਮਨਾਉਂਦੇ ਆ ਭਾਈ, ਉਹਨਾਂ ਦਾ ਬੁਰਾ ਕਿਵੇਂ ਹੋ ਸਕਦਾ ਹੈ। ਸਤਿਗੁਰ ਨੂੰ ਜਿਹਾ ਕੋਈ ਇੱਛਦਾ, ਤਿਹਾ ਫਲ ਪਾਏ ਕੋਏ। ਹੁਣ ਆ ਜਿਹੜੇ ਇੱਥੇ ਇੰਨੀ ਸੰਗਤ ਬੈਠੀ ਹੋਈ ਆ, ਦੇਖ ਲਓ 100 ਦੇ ਕਰੀਬ। ਕਹਿੰਦੇ ਜਿਹੜਾ ਵੀ ਜਿਹੀ ਜੀ ਭਾਵਨਾ ਹੈਗੀ, ਜਿਹੜੀ ਭਾਵਨਾ ਲੈ ਕੇ ਆਪਾਂ ਇਹ ਗਿਆਨ ਨੂੰ ਲਵਾਂਗੇ, ਆ ਗੁਰੂ ਚੌਥੀ ਪਾਤਸ਼ਾਹੀ ਦੇ ਜਿਹੜੇ ਆਪਾਂ ਵਾਰ ਲੈ ਰਹੇ ਹਾਂ, ਇਹਦੇ ਵਿੱਚੋਂ ਜਿਹੜੀ ਵੀ ਚੀਜ਼ ਮਹਾਰਾਜ ਕਹਿ ਰਹੇ ਆ, ਉਹਨੂੰ ਜਿਸ ਭਾਵਨਾ ਦੇ ਨਾਲ ਉਹਨੂੰ ਆਪਾਂ ਲਵਾਂਗੇ, ਆਪਣੇ ਅੰਦਰ ਚੇਂਜ ਕਰਾਂਗੇ, ਤੇ ਭਾਈ ਉਹੇ ਜਿਹਾ ਫਲ ਮਿਲਣਾ ਹੈ। ਸਤਿਗੁਰ ਨੂੰ ਜਿਹਾ ਕੋਈ ਇੱਛਦਾ, ਤਿਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੋਂ ਕਿਛ ਗੁੱਝਾ ਨਾ ਹੋਏ। ਉਹ ਮਾਲਕ ਪਰਮਾਤਮਾ ਸਾਰਾ ਕੁਝ ਜਾਣਦਾ ਹੈ ਭਾਈ, ਉਹ ਆਪਣੇ ਅੰਦਰ ਬਾਹਰ ਦੀ ਹਰ ਚੀਜ਼ ਜਾਣਦਾ ਹੈ ਮਾਲਕ ਪਰਮਾਤਮਾ। ਉਹਦੇ ਤੋਂ ਕੋਈ ਵੀ ਚੀਜ਼ ਛੁਪੀ ਨਹੀਂ ਰਹਿ ਸਕਦੀ, ਕੋਈ ਚੀਜ਼ ਗੁੱਝੀ ਨਹੀਂ ਹੈਗੀ ਮਾਲਕ ਪਰਮਾਤਮਾ ਤੋਂ। ਮਾਲਕ ਨੂੰ ਆਪਣੀ ਭਾਵਨਾ ਦਾ ਪਤਾ ਹੈਗਾ, ਆਪਣੀ ਭਾਵਨਾ ਦਾ ਪਤਾ ਹੈਗਾ। ਉਹਨੇ ਆਪਣੇ ਕਰਮ ਬਾਹਰੀ ਜਿਹੜੇ ਹੈਗੇ, ਦਿਖਾਵਾ ਨਹੀਂ ਦੇਖਣਾ, ਉਹਨੂੰ ਦਿਖਾਵੇ ਦਾ ਪਤਾ ਹੈ ਮਾਲਕ ਨੂੰ। ਉਹਨੇ ਅੰਦਰ ਜਿਹੜਾ ਹੈਗਾ ਆਪਣੀ ਭਾਵਨਾ ਨੂੰ ਭਾਗ ਲਾਉਣਾ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ, ਪਹਿਲੀ ਤੁਕ ਚੋਂ ਸਮਝਾ ਰਹੇ ਨੇ, ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਹੁਣ ਇਹ ਜਿਹੜੀ ਅਵਸਥਾ ਹੈ ਨਾ, ਦੇਖੋ ਬੜੀ ਤਗੜੀ ਅਵਸਥਾ, ਇਹ ਤੁਹਾਡੇ ਅੰਦਰ ਬਣੇਗੀ, ਗਰੰਟੀ ਨਾ ਬਣੇਗੀ। ਅਗਲਾ ਕੁਛ ਵੀ ਕਰ ਲੇ, ਪਰ ਤੁਹਾਡੇ ਅੰਦਰ ਵੈਰ ਦੀ ਭਾਵਨਾ ਨਹੀਂ ਆਏਗੀ। ਤੁਸੀਂ ਕਿਤੇ ਵੀ ਉਹ ਤੋਂ ਵੈਰ ਨਹੀਂ ਲਓਗੇ। ਲਿਜਾ ਸਾਹਿਬ ਗੱਲ ਮੇਰੀ ਪੱਕੀ ਕਰ ਲਿਓ। ਬਿਲਕੁਲ ਸਹੀ ਹੈ ਜੀ ਗੋਰਖੀ ਸਾਹਿਬ। ਠੀਕ ਹੈ, ਤੁਸੀਂ ਇਹ ਚੀਜ਼ ਨੂੰ ਮੰਨਦੇ ਜੋ ਨਾ ਹੁਣ, ਤੇ ਤੁਸੀਂ ਵੀ 2 ਸਾਲ ਹੋ ਗਏ ਤੁਹਾਨੂੰ। ਬਿਲਕੁਲ ਗੋਰਖੀ ਸਾਹਿਬ, ਬਿਲਕੁਲ ਇਹ ਚੀਜ਼ ਆ ਰਹੀ ਹੈ, ਬਿਲਕੁਲ ਸਹੀ ਹੈ, ਆ ਰਹੀ ਹੈ ਚੀਜ਼। ਕੋਈ ਕਿੰਨੀ ਮਰਜ਼ੀ ਠੱਗੀ ਮਾਰ ਦੇ ਯਾਰ, ਕੀ ਮਤਲਬ ਤੁਹਾਡੇ ਮਨ ਚੋਂ ਬਦਸੀਸ ਨਿਕਲ ਜਾਏ, ਤੂੰ ਮਾੜਾ ਲਫ਼ਜ਼ ਨਿਕਲ ਜਾਓ ਬੰਦੇ ਦੀ। ਮੈਂ ਹੈਰਾਨ ਹੁੰਦਾ, ਗੱਲਾਂ ਪੜ੍ਹਨੀਆਂ ਐਵੇਂ ਪੜ੍ਹੀ ਜਾਣੀਆਂ, ਮੁੜ ਕੇ ਕਹਿਣਾ ਜੀ ਨਾਮ ਖੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਉਹ ਤੇ ਅਵਸਥਾ ਹੈ ਤੁਹਾਡੇ ਅੰਦਰ ਦੀ। ਔਰ ਜਿਹੜੀ ਇਹ ਗੱਲ ਕੀਤੀ ਆ
ਕਿ ਅੰਦਰੋਂ ਜਿਹੜਾ ਵਾ ਉਹ ਦਿਆਲ ਆ, ਤੁਸੀਂ ਦਿਆਲ ਹੋ ਜਾਣਾ। ਤੁਹਾਡੇ ਬੱਚੇ ਦੁੱਕੀ ਨਹੀਂ, ਤੁਸੀਂ ਦੁੱਕੀ ਕੱਢ ਕੇ ਅਗਲੇ ਦੇ ਹੱਥ ਫੜਾ ਦੇਣੀ, ਲੈ ਵੀ ਚੱਕ ਜਾ ਨਜ਼ਾਰੇ ਲੈ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਹੁਣ ਘਰੋਂ ਪੈਸੇ ਦੇ ਦਿਓ ਲੋਕਾਂ ਨੂੰ, ਮੈਂ ਗੱਲ ਕਰਦਾ ਕਿ ਤੁਹਾਡਾ ਸੁਭਾਅ ਏਦਾਂ ਦਾ ਬਣ ਜਾਣਾ, ਕਿਉਂਕਿ ਬ੍ਰਹਮ ਦੇ ਨਾਲ ਜੁੜ ਗਏ ਜੋ ਤੁਸੀਂ। ਬਿਲਕੁਲ ਸਹੀ ਗੱਲ ਹੈ। ਬ੍ਰਹਮ ਤੇ ਰਾਜਾ ਵਾ, ਉਹ ਤੇ ਪਰਵਾਹ ਨਹੀਂ ਕਰਦਾ, ਉਹ ਕਿਉਂਕਿ ਤੁਸੀਂ ਵੀ ਤਾਂ ਟ੍ਰਾਂਸਫਾਰਮ ਨਾਲ ਜੁੜੇ ਹੋ ਨਾ ਥੋੜੇ ਬਹੁਤੇ ਨਿਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਔਰ ਜਦੋਂ ਤੁਹਾਡੇ ਚ ਆਤਮਾ ਤੱਤ ਪ੍ਰਗਟ ਹੋ ਗਿਆ ਤੇ ਉਹ ਤੇ ਗੱਲਾਂ ਹੀ ਵੱਖਰੀਆਂ। ਉਹ ਤੇ ਨਾਨਕ ਸਾਹਿਬ ਨੂੰ ਭੇਜਿਆ ਸੀ ਸੱਚਾ ਸੌਦਾ ਕਰਨ, ਉਹ ਕਹਿੰਦੇ ਲਿਆਓ ਭੁੱਖੇ ਸਾਧੂ ਨੂੰ ਖਾਣਾ ਖਵਾਓ। ਕੋਈ ਆਸ਼ਰਮ ਚ ਗਏ ਹੋਣੇ ਆ, ਉੱਥੇ ਤਾਂ ਭੁੱਖੇ ਬੈਠੇ ਹੋਣੇ ਆ ਸਾਧੂ ਜਿਹੜੇ ਭਗਤੀ ਕਰਨ ਵਾਲੇ, ਰਾਸ਼ਨ ਰੂਸ਼ਨ ਮੁੱਕਿਆ ਹੋਣਾ, ਤੇ ਉਹਨਾਂ ਨੇ ਕਿਹਾ ਲਓ ਜੀ ਇਹਨਾਂ ਦਾ ਭੰਡਾਰਾ ਭਰ ਦੋ। ਬਿਲਕੁਲ ਲੰਗਰ ਦਾ ਮਤਲਬ ਇਹੋ ਹੀ ਆ। ਉੱਥੇ ਰੋਟੀਆਂ ਨੀ ਪਕਾ ਕੇ ਇਹਨਾਂ ਨੇ ਵੰਡੀਆਂ, ਉਹਨਾਂ ਨੇ ਉੱਥੇ ਤੇ ਆਸ਼ਰਮ ਹੋਣਾ ਹੈ, ਕੋਈ ਮੱਠ ਮੁੱਠ ਬਣਿਆ ਹੋਣਾ ਵਾ, ਜਿੱਥੇ ਕੋਈ ਭੁੱਖੇ ਸਾਧੂ ਹੋਣਗੇ ਵਿਚਾਰੇ ਭਗਤੀ ਕਰਨ ਵਾਲੇ, ਉਹਨਾਂ ਕੋਲ ਨਹੀਂ ਇੰਨਾ ਸੋਰਸ ਆਫ ਇਨਕਮ ਹੋਊਗੀ, ਤੇ ਇਹਨਾਂ ਨੇ ਕਿਹਾ ਹੋਣਾ ਕਿ ਰਾਸ਼ਨ ਭਰ ਲਓ, ਕਿਉਂਕਿ ਪੈਸੇ ਵਾਹਵਾ ਜ਼ਿਆਦੇ ਸੀ ਨਾ ਨਿਜਰ ਸਾਹਿਬ। ਬਿਲਕੁਲ। ਉਹ ਚਲੋ ਬਾਅਦ ਦੇ ਵਿੱਚ ਆਪਾਂ ਲੰਗਰ ਦੀ ਗੱਲ ਚਲਾਤੀ ਆ। ਲੰਗਰ ਦਾ ਮਤਲਬ ਇਹੋ ਹੀ ਹੈ ਕਿ ਇਹ ਨਹੀਂ ਕਿ ਇੱਕ ਦਿਨ ਕਿਸੇ ਨੂੰ ਰੋਟੀ ਖਵਾ ਦੋ। ਲੰਗਰ ਦਾ ਮਤਲਬ ਇਹ ਹੈ ਕਿ ਕੋਈ ਗਰੀਬ ਹੈ ਵਿਚਾਰਾ, ਔਰ ਕੋਈ ਗਰੋਸਰੀ ਦੇ ਪੈਸੇ ਨਹੀਂ ਹੈਗੇ, ਤੁਸੀਂ ਏਦਾਂ ਕਰੋ 2-2.5 ਰੁਪਏ ਦੀ ਗਰੋਸਰੀ ਪਾ ਦੋ। ਨਿਜਰ ਸਾਹਿਬ ਅਸਲ ਚ ਮਕਸਦ ਇਹ ਆ ਜੀਵਨ ਦਾ। ਬਿਲਕੁਲ। ਕਿਉਂਕਿ ਉਹ ਖਾਵੇ ਵਿਚਾਰਾ ਯਾਰ, ਉਹਨੂੰ ਕੋਲ ਨਹੀਂ ਪੈਸੇ ਹੈਗੇ, ਉਹਦੀ ਹੈਲਪ ਕਰ ਦੋ ਥੋੜੀ ਜੀ ਉਹਦੀ। ਹੁਣ ਮੇਰਾ ਇੱਥੇ ਵੇਖੋ, ਮੈਂ ਇੱਥੇ ਬਿਜਲੀ ਦਾ ਬਿੱਲ ਦਿੰਦਾ ਸਾਂ, ਮੇਰਾ 16-17 ਬਿੱਲ ਬਣਦਾ ਹੈ। ਤੇ ਵਿੱਚ ਚੰਨੀ ਸਾਹਿਬ ਦੀ ਸਰਕਾਰ ਆ ਗਈ, 2 ਵਾਰੀ ਘੱਟ ਆਇਆ, ਤੇ ਨਿਜਰ ਸਾਹਿਬ ਹੈਲਪ ਤੇ ਮਿਲਦੀ ਹੈ ਨਾ। ਬਿਲਕੁਲ। ਨੋਟਿਸ ਕੀਤਾ ਜਾਵੇ ਜਦੋਂ ਆਪਾਂ ਕਿਸੇ ਥੋੜੀ ਬਹੁਤੀ ਵੀ ਚਾਹੇ 5-7 ਹਜ਼ਾਰ ਦੀ 10 ਹਜ਼ਾਰ ਦੀ, ਯਾਰ ਮੈਂ ਫੀਲ ਕਰਦਾ ਕਿ ਹੈਲਪ ਹੈਗੀ। ਹੁਣ ਐਰਕੀ ਦੀ ਫੇਰ ਸਾਡਾ 3500 ਰੁਪਏ ਬਿੱਲ ਆਇਆ। ਮੈਂ ਕਿਹਾ ਤਾਂ ਸੀ ਕਿ ਮੈਂ ਮਤਲਬ ਆਪਣੇ ਮਨ ਦੀ ਅਵਸਥਾ, ਚਲੋ ਮੈਂ ਦੱਸਿਆ ਤੁਹਾਨੂੰ ਪਹਿਲਾਂ ਕਿ ਬੱਤੀ ਥੋੜੀ ਬਾਲਾਂਗੇ ਪਰ ਬੇਈਮਾਨੀ ਨਹੀਂ ਕਰਨੀ, ਨਹੀਂ ਕਰਨੀ, ਨਹੀਂ ਚਾਹੀਦੀ ਉਹ ਠੰਡੀ ਹਵਾ। ਬੇਸ਼ੱਕ ਟੈਕਸ ਦਿੰਦੇ ਆ ਜੋ ਮਰਜ਼ੀ ਆ, ਪਰ ਮਨ ਚ ਇੱਕ ਵਿਚਾਰ ਬਣਿਆ। ਮੈਂ ਮਾਤਾ ਆਪਣੀ ਨਾਲ ਵੀ ਸਲਾਹ ਕੀਤੀ, ਆਪਣੇ ਬੱਚਿਆਂ ਨੂੰ ਵੀ ਦੱਸਿਆ, ਮੈਂ ਇਹ ਨਹੀਂ ਕੰਮ ਕਰਨਾ, ਅਸੀਂ ਸਿੰਪਲ ਜੀਵਨ ਬਤੀਤ ਕਰਾਂਗੇ, ਜੋ ਸਾਡੇ ਕੋਲ ਹੈਗਾ ਉਹ ਚ ਹੀ ਚਲਾਉਣਾ ਸਿਸਟਮ। ਕਿਉਂਕਿ ਸੱਚ ਨੂੰ ਜੇਕਰ ਅਨੁਭਵ ਕਰਨਾ ਨਾ, ਤੇ ਨਿਜਰ ਸਾਹਿਬ ਥੱਲੇ ਆਉਣਾ ਹੀ ਪੈਣਾ ਵਾ। ਬਿਲਕੁਲ। ਮਤਲਬ ਜੇ ਗੱਲੀ ਚੰਗੀਆਂ ਅਚਾਰੀ ਬੁਰੀਆਂ, ਹੁਣ ਤੁਸੀਂ ਸਾਰੇ ਮੇਰੇ ਵਰਗੇ ਜੋ, ਮੇਰੇ ਤੋਂ ਵੱਖਰੇ ਥੋੜੀ, ਆਪਾਂ ਸਾਰੇ ਸੇਮ ਕਿਸ਼ਤੀ ਤੇ ਬੈਠੇ ਹਾਂ, ਵੀ ਆਰ ਸੇਮ, ਕੋਈ ਡਿਫਰੈਂਸ ਨਹੀਂ ਹੈਗਾ। ਕੋਈ ਕਿੱਥੇ ਵਾਧੇ, ਕੋਈ ਕਿਸੇ ਨੂੰ ਘੱਟ ਆ, ਆਪਾਂ ਫੈਮਿਲੀ ਮੈਂਬਰ ਆ। ਸੱਚ ਨੂੰ ਤੇ ਲਿਆਉਣਾ ਹੀ ਪਊ ਨਾ। ਬਿਲਕੁਲ ਲਿਆਉਣਾ ਪਊਗਾ, ਤਾਂ ਹੀ ਤਾਂ ਉਹਦੀ ਛਾਂ ਉਹਦੀ ਹਵਾ ਆਊਗੀ ਆਪਾਂ ਨੂੰ, ਜੇ ਸੱਚ ਲੈ ਕੇ ਆਵਾਂਗੇ ਤੇ। ਕਿ ਐਵੇਂ ਮੈਂ ਗੱਲਾਂ ਕਰੀ ਜਾਵਾਂ, ਇੱਥੇ ਕਥਾ ਕਰੀ ਜਾਵਾਂ, ਪ੍ਰੈਕਟੀਕਲ ਚ ਮੈਂ ਫੇਲ ਹੋਈ ਜਾਵਾਂ, ਉਹ ਅਗਲੇ ਬੰਨੇ ਲਾਸਟ ਤੇ ਕਹਿੰਦੇ ਆ ਬਾਬਾ, ਉਹ ਕਹਿੰਦਾ ਤੁਹਾਨੂੰ ਪਤਾ ਵਾ। ਬਿਲਕੁਲ ਪਤਾ ਹੈ, ਬਿਲਕੁਲ। ਤੂੰ ਚੀਟਿੰਗ ਨਹੀਂ ਕਰ ਸਕਦਾ। ਅਗਲੇ ਬੰਨੇ ਬੋਲਿਆ ਉਹਨਾਂ ਨੇ, ਵੈਸੇ ਤਾਂ ਆਪਾਂ ਸਾਰੇ ਸਮਝਦੇ ਆ, ਪਰ ਬਾਣੀ ਚ ਹੀ ਲਿਖ ਕੇ ਗਏ ਕਿ ਮਤਲਬ ਤੂੰ ਇੱਥੇ ਕੁਛ ਹੋਰ ਬੋਲੇ, ਅੰਦਰ ਤੂੰ ਕੁਛ ਹੋਰ ਕਰੀ ਜਾਵੇਂ। ਇਟ ਇਜ਼ ਨੋਟ ਪੋਸੀਬਲ, ਕਿਉਂਕਿ ਜਾਣਦਾ ਤੇਰੇ ਅੰਦਰ ਦੀ, ਤੇਰੀ ਮਨ ਦੀ ਸਥਿਤੀ ਨੂੰ। ਬਿਲਕੁਲ। ਉਹ ਜਾਣਿਆ, ਕਿਉਂਕਿ ਆਤਮਾ ਹੈ। ਉਹ ਜਿਹੜਾ ਤੇਰੇ ਘਰ ਪੱਖਾ ਚੱਲਣ ਦਿਆ ਨਾ, ਉਹ ਬੱਤੀ ਨਾਲ ਚੱਲਣ ਦਿਆ, ਉਹ ਬੱਤੀ ਜਿਹੜੀ ਆਤਮਾ ਦੀ ਆ। ਇਸ ਕਰਕੇ ਜਿਹੜੇ ਵੀ ਤੂੰ ਕਰਮ ਉਹਦੇ ਸਾਹਮਣੇ ਕਰ ਰਿਹਾ ਹੈ, ਜਿਹੜਾ ਬਲਬ ਜਗ੍ਹਾ ਤੇ ਉੱਤੇ, ਉਹ ਤੈਨੂੰ ਦੇਖ ਰਿਹਾ ਹੈ। ਇਸ ਕਰਕੇ ਤੂੰ ਚੀਟਿੰਗ ਨਹੀਂ ਕਰ ਸਕਦਾ। ਤੂੰ ਜਿਹੜਾ ਗੁਰਦੁਆਰੇ ਜਿਹੜਾ ਪੈਸਾ ਚੜਾ ਰਿਹਾ ਨਾ, ਉਹਨੂੰ ਪਤਾ ਵਾ, ਇਹ ਤੈਨੂੰ ਪਤਾ ਹੈ ਕਿ ਪੈਸਾ ਕਿਹਦਾ ਵਾ, ਉਹਨੂੰ ਛੱਡ ਦੋ। ਉਹ ਤੇਰੇ ਅੰਦਰ ਉਹ ਬੈਠਾ, ਔਰ ਉਹ ਇਸੇ ਕਰਕੇ ਬਾਣੀ ਕਹਿੰਦੀ ਆ ਕਿ ਘਾਲ ਕਰੇ ਕੁਝ ਹੱਥੋਂ ਦਵੇ। ਉਹਨੇ ਇਹ ਨਹੀਂ ਕਿਹਾ ਕਿ ਦਾਨ ਕਰੋ, ਉਹ ਕਹਿੰਦੇ ਪੈਸਾ ਦਾਨ ਕਰਨ ਵਾਲਾ ਪਹਿਲਾਂ ਮਿਹਨਤ ਕਰ, ਕਮਾ ਨੂੰ। ਨਿਜਰ ਸਾਹਿਬ ਮਤਲਬ ਇਹੋ ਹੀ ਉਹਨਾਂ ਦਾ, ਇਹ ਨਹੀਂ ਕਿ ਕੋਈ ਕੁਛ ਵੀ ਦਾਨ ਕਰੇਗਾ ਤਾਂ ਮਨਜ਼ੂਰ ਹੈ। ਨਾ। ਆਪ ਫਿਰ ਮੈਂ ਬੋਲਦਾ, ਫਿਰ ਤੋਂ ਬੋਲਦਾ, ਕਹਿੰਦੇ ਆ ਨਾ ਘਾਲ ਕਰੇ ਕੁਛ ਹੱਥੋਂ ਦੇਵੇ, ਨਾਨਕ ਰਾਹ ਪਛਾਣੇ ਸੇ। ਆਓ ਕਾਲ, ਉਹ ਇਹ ਤਾਂ ਥੋੜੀ ਕਹਿ ਤਾ ਕਿ ਦਾਨ ਕਰ ਦੋ। ਨਾ ਕਨਫਿਊਜ਼ ਨਾ ਹੋ ਜਾਏ ਕਦੇ। ਬਿਲਕੁਲ ਸਹੀ ਗੱਲ ਹੈ। ਹਾਂ, ਉਹ ਕਨਫਿਊਜ਼ਨ ਤੇ ਬਿਲਕੁਲ ਨਹੀਂ ਰਹਿਣ ਦਿੰਦੇ। ਉਹ ਕਹਿੰਦੇ ਮਾਈ ਮੁੰਡੋ ਤਿਸ ਗੁਰ ਕੀ ਜਿਸ ਸੰਗ ਭਰਮ ਨਾ ਜਾਏ। ਇਹਨੂੰ ਫੜੋ ਕਿ ਜਿੱਥੋਂ ਨੇ ਗਿਆਨ ਲਿਆ, ਕਿਉਂਕਿ ਭਰਮ ਨੂੰ ਦੂਰ ਕਰਨ ਦਾ ਮਤਲਬ ਜ਼ਿੰਮੇਵਾਰੀ ਹੈ ਬ੍ਰਹਮ ਗਿਆਨੀ ਦੀ। ਉਹ ਤੈਨੂੰ ਤਾਂ ਕਰ ਰਹੇ ਨੇ ਆਪਣੇ ਅਗਿਆਨ ਨੂੰ ਦੂਰ। ਭਰਮ ਹੈ ਹੀ ਝੂਠ, ਭਰਮ ਨੂੰ ਹੀ ਝੂਠ ਕਹਿੰਦੇ ਆ, ਗਿਆਨ ਨੂੰ ਇਹੀ ਝੂਠ ਹੈਗਾ। ਇਹ ਸੱਚ ਦੇ ਨਾਲ ਜੁੜਨਾ ਤੇ ਇਹਨੂੰ ਛੱਡਣਾ ਪੈਣਾ ਭਾਈ। ਤੇ ਕਿਹੜੇ ਗੁਰਦੁਆਰਾ, ਕਿਹੜਾ ਮੰਦਿਰ ਆ ਜਿੱਥੇ ਕਹਿੰਦੇ ਆ ਕਿ ਭਈ ਆਪਣੀ ਨੇਕ ਕਮਾਈ ਚੜਾਓ? ਨਹੀਂ ਕਹਿੰਦੇ। ਉਹ ਉਹਨਾਂ ਨੂੰ ਪਤਾ ਫਿਰ ਲੱਖਾਂ ਰੁਪਏ ਨਹੀਂ ਚੜਨੇ, ਉਹ ਕਹਿੰਦੇ ਚੜਾ ਦੋ ਬਸ।
ਇਹ ਨਹੀਂ ਕਹਿੰਦੇ ਕਿ ਆਪਣੇ ਜਿਹੜੇ ਤੁਹਾਡੇ 10 9 ਦੀ ਕਮਾਈ ਹੈ ਨਾ ਉਹਦਾ ਦਾਨ ਹੀ ਕੀਤਾ ਤੁਹਾਡਾ ਮਨਜ਼ੂਰ ਹੋਣਾ, ਦੂਜਾ ਤੇ ਮਨਜ਼ੂਰ ਹੀ ਨਹੀਂ ਹੋਣਾ ਕਿਉਂਕਿ ਤੁਹਾਡਾ ਨਹੀਂ ਆ ਉਹ। ਰਾਈਟ ਨਿਜਰ ਸਾਹਿਬ? ਬਿਲਕੁਲ ਸਹੀ ਹੈ ਜੀ। ਕਿੱਥੋਂ ਮਨਜ਼ੂਰ ਹੋਊਗਾ? ਉਹੀ ਪਰਮਾਤਮਾ ਦੇ ਦਰ ਚ ਪੋਸੀਬਲ ਨਹੀਂ ਹੈਗਾ ਹੈ। ਆਪਾਂ ਨੂੰ ਬੱਚਾ ਨਾ ਸਮਝੀਏ, ਉਹ ਬੱਚਾ ਥੋੜੀ ਹੋ ਤੇ ਮਾਲਕ ਹੈ। ਠੀਕ ਹੈ ਜੀ। ਹੁਣ ਕਹਿੰਦੇ ਕਿ ਨਿਰਵੈਰ ਹੈਗਾ ਜੀ। ਇਹ ਮੇਰੀ ਗੱਲ ਯਾਦ ਰੱਖਿਓ, ਗੱਲ ਮੈਂ ਪੱਥਰ ਤੇ ਲਕੀਰ ਕਰਤੀ ਜੇ। ਤੁਹਾਡੇ ਅੰਦਰ ਵੈਰ ਖਤਮ ਹੋ ਜਾਊਗਾ, ਵਿਰੋਧ ਖਤਮ ਹੋ ਜਾਊਗਾ। ਕਿਉਂ? ਕਿਉਂਕਿ ਅੰਦਰ ਦਇਆ ਆ ਗਈ ਆ। ਦਇਆ ਮਤਲਬ ਇਹ ਫਰੂਟ ਆ, ਇਹ ਤੁਹਾਡੀ ਆਤਮਾ ਦੀ ਜਿਹੜਾ ਕਨੈਕਸ਼ਨ ਹੋ ਗਿਆ ਨਾ ਉਹਦੀ ਸਟੈਂਪ ਹੈ ਉਹ। ਕਿ ਤੁਸੀਂ ਬ੍ਰਾਹਮਣਾ ਜੁੜ ਗਏ ਜੋ। ਦਇਆ ਨਹੀਂ ਆਈ ਤੇ ਸਮਝ ਲਓ ਕਿ ਗੜਬੜ ਆ। ਬਿਲਕੁਲ ਵੈਰੀ ਬੈਡ। ਪੱਖਾ ਚੱਲੇ ਤੇ ਥੱਲੇ ਨਜਰ ਸਾਹਿਬ ਥੱਲੇ ਹਵਾ ਆਉਣੀ ਬਹੁਤ ਜ਼ਰੂਰੀ, ਵੈਰੀ ਇੰਪੋਰਟੈਂਟ। ਜੇ ਦਇਆ ਹੀ ਨਹੀਂ ਆਈ ਤੇ ਫਿਰ ਹਵਾ ਕਿੱਥੋਂ ਆ? ਬਿਲਕੁਲ। ਹੈਂ, ਗੱਲਾਂ ਦੇ ਨਾਲ ਕੁਛ ਨਹੀਂ ਹੋਣਾ ਜੇ। ਇਹ ਤੇ ਪ੍ਰੈਕਟੀਕਲ ਗੱਲਾਂ ਲਿਖੀਆਂ ਜੇ ਤੇ ਪ੍ਰੈਕਟੀਕਲ ਜੀ ਕਰਨਾ ਪੈਣਾ ਆਪਾਂ ਨੂੰ ਸਭ ਕੁਝ। ਠੀਕ ਹੈ ਜੀ। ਅਗਲੀ ਤੋਂ ਬੋਲੋ ਨਜਰ ਸਾਹਿਬ। ਨਿਰਵੈਰਾਂ ਨਾਲ ਜੇ ਵੈਰ ਚਲਾਉਂਦੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਇੱਕ ਗੱਲ ਯਾਦ ਰੱਖੀਏ ਬਈ, ਜੇ ਨਿਰਵੈਰ ਆ, ਗੁਰੂ ਨਿਰਵੈਰ ਆ, ਬ੍ਰਹਮ ਗਿਆਨੀ ਨਿਰਵੈਰ ਆ, ਜੇ ਉਹਨਾਂ ਦੇ ਨਾਲ ਹੀ ਕੋਈ ਪੰਗੇ ਲੈਨੇ ਆਪਾਂ ਤੇ ਉਹਨਾਂ 'ਚੋਂ ਕੋਈ ਜਿਹੜਾ ਹੈਗਾ ਸ਼ਾਂਤੀ ਤਾਂ ਆਉਣੀ ਨਹੀਂ ਪਾਈ ਆਪਣੇ ਅੰਦਰ। ਤੇ ਦੂਸਰੀ ਗੱਲ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਤੇ ਨਿਰਵੈਰ ਜਿਹੜਾ ਹੈ ਉਹ ਤਾਂ ਦੂਜਿਆਂ ਦਾ ਭਲਾ ਮਨਾ ਰਿਹਾ, ਉਹਦਾ ਬੁਰਾ ਤਾਂ ਕਰ ਹੀ ਨਹੀਂ ਸਕਦੇ ਆਪਾਂ, ਹੋ ਹੀ ਨਹੀਂ ਸਕਦਾ ਉਹਦਾ ਬੁਰਾ। ਉਹਦੇ ਪਿੱਛੇ ਤਾਂ ਪੂਰੀ ਦੀ ਪੂਰਾ ਪਾਵਰ ਹਾਊਸ ਹੈਗਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਕੌਡੇ ਰਾਸ਼ਕ ਨੂੰ ਜਦੋਂ ਉਹਨਾਂ ਨੂੰ ਦੇਖੋ, ਉਸ ਤੋਂ ਬਾਅਦ ਜਿਹੜਾ ਬੰਦਾ ਬਹਾਦਰ ਜੀ, ਮਾਧੋ ਦਾਸ ਹੀ ਨਾਂ ਉਹਨਾਂ ਦਾ, ਦੇਖੋ ਉਹਨਾਂ ਦਾ ਜੀਵਨ ਬਦਲਤਾ। ਦੇਖੋ ਸੰਸਾਰ ਜਿਹੜਾ ਉਂਗਲੀ ਮਾਰ ਹੀ। ਹਾਂਜੀ ਉਂਗਲੀ ਮਾਰ ਸੀਗਾ। ਹੋਰ ਕੋ ਵੀ ਮਹਾਤਮਾ ਬੁੱਧ ਗਏ। ਆਮ ਬੰਦੇ ਲਈ ਮਾੜਾ ਹੀ ਬੰਦਾ ਸੀ ਉਹ, ਬੜਾ ਮਤਲਬ ਖਤਰਨਾਕ ਬੰਦਾ ਸੀ। ਪਰ ਉਹ ਸੰਤ ਉੱਥੇ ਗਏ, ਉਹ ਮਹਾਤਮਾ ਬੁੱਧ ਗਏ। ਉਹ ਕਹਿੰਦੇ ਕਿ ਤੂੰ ਮੇਰੇ ਕੋ ਨਾ। ਉਹਨਾਂ ਨੂੰ ਪਤਾ ਵੇਖਿਆ ਕਿ ਇਹ ਤੇ ਭੰਗਵੇ ਕੱਪੜੇ ਪਾਏ ਕੋਈ ਸਾਧੂ ਆ ਗਿਆ ਗਲਤੀ ਨਾਲ ਮੇਰੇ ਰਸਤੇ ਤੇ, ਮੈਂ ਤੇ ਇੱਕ ਬੰਦਾ ਹੋਰ ਮਾਰਨਾ। 99 ਤੇ ਹੋ ਗਏ ਨੇ, ਇੱਕ ਬੰਦਾ ਘੱਟ ਆ। ਮੇਰੀ ਮਾਂ ਮੈਨੂੰ ਰੋਟੀ ਨਹੀਂ ਦੇਣ ਆਉਂਦੀ, ਡਰਦੀ। ਉਹ ਕਹਿੰਦੇ ਕਿ ਬਾਬਾ ਤੂੰ ਮੇਰੇ ਕੋਲ ਨਾ ਆਵੀਂ, ਤੂੰ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ। ਉਹ ਕਹਿੰਦਾ ਮੈਂ ਤੈਨੂੰ ਹੀ ਤੇ ਜਾਣਦਾ, ਤੈਨੂੰ ਮੈਂ ਹੀ ਤੇ ਜਾਣਦਾ, ਤੂੰ ਕੌਣ ਆ। ਕਹਿੰਦਾ ਤੂੰ ਬੜੀ ਪੀੜਾ ਚ ਬੈਠਾ ਹੈ। ਕਹਿੰਦਾ ਖਾਦੀ ਪੀੜਾ ਮੈਨੂੰ ਪਤਾ। ਕਹਿੰਦਾ ਤੂੰ ਇੰਨੇ ਬੰਦੇ ਮਾਰਤੇ, ਇੱਕ ਬੰਦਾ ਤੈਨੂੰ ਹੋਰ ਮਾਰਨਾ ਪੈਣਾ ਕਿਉਂਕਿ 100 ਪੂਰੇ ਤਾਂ ਹੋਣੇ। ਸੋ ਏਦਾਂ ਦੀਆਂ ਗੱਲਾਂ ਬਣਾਈਆਂ ਨੇ ਸਾਨੂੰ ਸਮਝਾਉਣ ਦੇ ਲਈ, ਕਿਉਂਕਿ ਉਹਨਾਂ ਦੇ ਮਨ ਚ ਵਿਰੋਧ ਨਹੀਂ ਹੈਗਾ, ਵੈਰ ਨਹੀਂ ਹੈਗਾ। ਇਸ ਚੀਜ਼ ਨੂੰ ਸਮਝੋ ਪਲੀਜ਼। ਠੀਕ ਹੈ। ਔਰ ਜਦੋਂ ਤੁਹਾਡੇ ਚ ਵੈਰ ਖਤਮ ਹੋ ਗਿਆ, ਉਦੋਂ ਹੀ ਜੀਵਨ ਦਾ ਮਜ਼ਾ ਆਉਣਾ ਹੈ। ਉਦੋਂ ਤੁਸੀਂ ਆਪਣੇ ਕੋਲੋਂ ਆਪਣੇ ਆਪ ਨੂੰ ਸਰਟੀਫਿਕੇਟ ਦੇ ਲਿਓ, ਕਿਸੇ ਬਾਬੇ ਦੇ ਕਹਿਣ ਤੇ ਸਰਟੀਫਿਕੇਟ ਨਹੀਂ ਕਿ ਬਈ ਅਗਲੇ ਨੇ ਮੇਰੇ ਨਾਲ ਏਦਾਂ ਕੀਤਾ ਹੈ ਔਰ ਮੇਰੇ ਅੰਦਰ ਕੋਈ ਭਾਵਨਾ ਨਹੀਂ ਪੈਦਾ ਹੋ ਰਹੀ ਕਿ ਮੈਂ ਬਦਲਾ ਲਵਾਂ। ਤੇ ਸਮਝ ਲਓ ਤੁਸੀਂ ਕਿਤੇ ਪਹੁੰਚ ਗਏ ਜੋ। ਕਬੀਰ ਸਾਹਿਬ ਐਵੇਂ ਨਹੀਂ ਉੱਥੇ ਕਲੇਮ ਕਰ ਰਿਹਾ, ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹਨਾਂ ਨੇ ਵੇਖ ਲਏ ਤੇ ਔਗਣ ਖਤਮ ਹੋ ਚੁੱਕੇ ਆ ਅੰਦਰ। ਫਿਰ ਰਾਮਾਨੰਦ ਕਹਿੰਦੇ ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਪੰਗ। ਇਹ ਸਭ ਬਾਣੀ ਦੇ ਵਿੱਚ ਸਟੇਟਮੈਂਟ ਦਿੱਤੀਆਂ ਉਹਨਾਂ ਨੇ, ਕਿਉਂਕਿ ਅੰਦਰ ਅਵਸਥਾ ਬਣ ਚੁੱਕੀ ਹੈ। ਅਗਲਾ ਗਾਲਾਂ ਕੱਢਣ ਦੇ ਆਏ, ਇਹ ਸ਼ਾਂਤ ਸੁਭਾਅ 'ਚ ਬੈਠੇ ਨੇ ਸਾਧੂ ਦੇ ਰੂਪ 'ਚ। ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕ ਤਾਂ ਗਏ ਨੇ, ਕੁਛ ਵੀ ਨਹੀਂ ਕਰ ਰਹੇ, ਥੁੱਕ ਪੁੰਜੇ ਅੱਗੇ ਤੁਰ ਪਏ। ਆਪ ਜਸਟ ਸੋਚੋ ਕਿ ਬੰਦੇ ਉਹਨਾਂ ਮਨੁੱਖਾਂ ਦੀ ਅਵਸਥਾ ਕਿੱਦਾਂ ਦੀ ਹੋਊਗੀ, ਬਿਲਕੁਲ ਸ਼ਾਂਤ। ਔਰ ਦੇਖੋ ਇਹ ਚੀਜ਼ ਨੂੰ ਸਮਝੀਏ ਆਪਾਂ। ਅਗਲੇ ਬੰਨੇ ਦੇਖੀਏ, ਜਿੱਦਾਂ ਕੋਈ ਇਹਨਾਂ ਮਨੁੱਖਾਂ ਦਾ ਬੁਰਾ ਕਰਦਾ ਹੈ ਉਹਦੇ ਲਈ ਚੰਗਾ ਨਹੀਂ ਹੈ। ਹੁਣ ਤੁਹਾਡੇ ਘਰ 'ਚ ਆ ਕੋਈ ਬੰਦਾ ਬਜ਼ੁਰਗ ਹੈ, ਉਹ ਅਟੈਕ ਨਹੀਂ ਕਰ ਸਕਦਾ ਤੁਹਾਡੇ ਤੇ, ਪਰ ਤੁਸੀਂ ਬਾਰ-ਬਾਰ ਅਟੈਕ ਕਰ ਰਹੇ ਹੋ ਉਹਦੇ ਤੇ, ਤੁਹਾਡੇ ਲਈ ਬਿਲਕੁਲ ਚੰਗਾ ਨਹੀਂ ਜੀ। ਪਲੀਜ਼ ਨੋਟ ਕਰਿਓ, ਤੁਹਾਡੇ ਘਰ 'ਚ ਜੇ ਤੁਸੀਂ ਕਿਸੇ ਨੂੰ ਇਗਨੋਰ ਕਰ ਰਹੇ ਜੋ, ਉਹਦਾ ਬੰਦਾ ਹੱਕ ਨਹੀਂ ਦੇ ਰਹੇ, ਉਹ ਬੰਦਾ ਵੀਕ ਹੈਗਾ। ਨਿਜਰ ਸਾਹਿਬ ਇਹ ਪਾਪ ਜੀ। ਬਿਲਕੁਲ। ਬਾਕੀ ਜਿਹੜੇ ਮਰਜੀ ਬਾਬੇ ਕੋ, ਜਿੱਥੇ ਮਰਜੀ ਗੁਰਦੁਆਰੇ ਮੰਦਿਰ ਤੁਰੇ ਫਿਰੋ, ਪਰਮਾਤਮਾ ਦੀ ਦਰ ਦੇ ਵਿੱਚ ਤੁਸੀਂ 0 ਪ੍ਰੋਗਰੈਸ ਕਰੋਗੇ। 0 ਵੱਡੀ 0 ਮੈਂ ਲਿਖ ਦਿੰਦਾ ਜੋ, ਠੀਕ ਹੈ, ਕਨਫਿਊਜ਼ਨ ਕ੍ਰੀਏਟ ਨਾ ਹੋਵੇ। ਸਰਵਣ ਨੇ ਆਪਣੇ ਮਾਂ-ਬਾਪ ਦੀ ਹੀ ਸੇਵਾ ਕੀਤੀ, ਉਹਦੀ ਰਹਿੰਗੀ ਚੁੱਕੀ ਉਹਨਾਂ ਨੇ। ਫਿਰ ਦੇਖੋ
ਸੋਰਸ ਆਫ એનર્ਜੀ ਕੀ ਹੈ? ਤੁਹਾਡਾ ਜਨਮ ਜਿੱਥੋਂ ਹੋਇਆ ਤੁਸੀਂ ਉਹਨੂੰ ਭੁੱਲ ਜਾਓਗੇ ਕਿ ਤੁਸੀਂ ਪਰਮਾਤਮਾ ਕੋਲ ਜਾ ਸਕਦੇ ਜੋ? ਨੈਵਰ, ਯੂ ਵਿਲ ਨੈਵਰ ਗੋ ਟੂ ਪਰਮਾਤਮਾ, ਯੂ ਕੈਨੋਟ। ਕਿ ਮੇਨ ਕਨੈਕਸ਼ਨ ਤੁਸੀਂ ਬ੍ਰੇਕ ਕਰਤਾ। ਜਿੱਥੋਂ ਤੁਸੀਂ ਨਿਕਲੇ ਜੋ ਉਹਨੂੰ ਹੀ ਤੁਸੀਂ ਰਿਫਿਊਜ਼ ਕਰ ਰਹੇ ਜੋ, ਉਹਨੂੰ ਰਿਜੈਕਟ ਕਰ ਰਹੇ ਜੋ, ਤੇ ਨਜ਼ਰ ਸਾਹਿਬ ਪਰਮਾਤਮਾ ਸੱਚੀ ਸਵੀਕਾਰ ਕਰੇਗਾ? ਨਾ, ਇਟ ਇਜ਼ ਪੋਸੀਬਲ ਨਹੀਂ, ਇਟਸ ਨਾਟ ਪੋਸੀਬਲ। ਤੁਸੀਂ ਦੇਖੋ ਕਿੱਥੇ ਪੋਸੀਬਲ ਹੈ। ਅੱਗੇ ਚੱਲੀਏ, ਅਗਲੀ ਤੋਂ ਬੋਲੋ ਨਜ਼ਰ ਸਾਹਿਬ। ਸਤਿਗੁਰ ਨੂੰ ਜਿਹਾ ਕੋਈ ਇੱਛਦਾ ਤਿਹਾ ਫਲ ਪਾਏ ਕੋਏ। ਜਿੰਨੀ ਜਿਹੀ ਜੀ ਭਾਵਨਾ ਹੋਏਗੀ ਭਾਈ ਬ੍ਰਹਮ ਗਿਆਨ ਉਨਾ ਹੀ ਆਊਗਾ। ਆਪਣੇ ਅੰਦਰ ਹੀ ਆਪਣਾ ਹੀ ਫਿਲਟਰ ਜਿਹੜਾ ਹੈਗਾ, ਜੇ ਆਪਾਂ ਹੀ ਨਹੀਂ ਫਿਲਟਰ ਐਸਾ ਲਗਾਇਆ ਕਿ ਉਹਦੇ ਵਿੱਚੋਂ ਕੁਝ ਜਾ ਹੀ ਨਹੀਂ ਸਕਦਾ, ਜੇ ਫਿਰ ਤਾਂ ਭਾਈ ਗਲਤੀ ਆਪਣੀ ਹੈਗੀ ਆ। ਜਿਹੀ ਜੀ ਭਾਵਨਾ ਹੋਏਗੀ ਉਹੀ ਜੀ ਉਹੇ ਜਿਹਾ ਜਿਹੜਾ ਹੈਗਾ ਉਹੇ ਜਿਹਾ ਅਸਰ ਹੋਏਗਾ ਗੁਰੂ ਦਾ ਭਾਈ, ਉਹੇ ਜਿਹਾ ਫਲ ਪ੍ਰਾਪਤ ਹੋਏਗਾ। ਨਾਨਕ ਕਰਤਾ ਸਭ ਕੁਝ ਜਾਣਦਾ ਜਦੋਂ ਕਿਛ ਗੁੱਜਾ ਨਾ ਹੋਏ। ਉਹ ਮਾਲਕ ਨੂੰ ਸਾਰਾ ਪਤਾ ਹੈ। ਉਹ ਨੈਗੇਟਿਵਿਟੀ ਦੀ ਵੀ ਗੇਮ ਜਾਣਦਾ ਹੈ, ਪੋਜ਼ਿਟਿਵਿਟੀ ਵੀ ਜਾਣਦਾ ਹੈ। ਉਹਨੂੰ ਜਿਹੜਾ ਹੈਗਾ ਉਹਨੂੰ ਕਰਮਕਾਂਡ ਵੀ ਪਤਾ ਹੈ, ਉਹਨੂੰ ਸੱਚ ਵੀ ਪਤਾ ਹੈ, ਉਹਨੂੰ ਕੱਚ ਵੀ ਪਤਾ ਹੈ। ਦੋਨੋਂ ਖੇਡ ਉਹਦੀਆਂ ਮਾਲਕ ਪਰਮਾਤਮਾ ਦੀਆਂ ਹੈਗੀਆਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਨਾਨਕ ਕਰਤਾ ਸਭ ਕੁਝ ਜਾਣਦਾ ਜਦੋਂ ਜਿਤ ਕੁਛ ਗੁੱਜਾ ਨਾ ਹੋਏ। ਉਹਦੇ ਕੋਲ ਗੁੱਜਾ ਨਹੀਂ ਹੈ, ਉਹ ਤੋਂ ਕੁਛ ਲੁਕਿਆ ਨਹੀਂ ਹੈ। ਹਾਂ। ਹੁਣ ਕਹਿੰਦੇ ਕਿ ਜਿੱਦਾਂ ਸਤਿਗੁਰਾਂ ਦੀ ਸੰਗਤ ਕਰਦੇ ਜੋ, ਗੁਰਮੁਖਾਂ ਦੀ ਸੰਗਤ ਕਰਦੇ ਜੋ, ਜਿਹੋ ਜੀ ਤੁਹਾਡੀ ਇੱਛਾ ਹੈ ਨਾ ਤੇ ਉਹੋ ਜਿਹਾ ਹੀ ਤੁਹਾਨੂੰ ਫਲ ਮਿਲੇਗਾ। ਬਿਲਕੁਲ। ਤੁਹਾਡੇ ਦੇਖੋ ਜੇਕਰ ਤੁਹਾਡੀ ਭਾਵਨਾ ਹੀ ਨਹੀਂ ਹੈਗੀ, ਤੁਸੀਂ ਕਨੈਕਟ ਨਹੀਂ ਕਰ ਪਾਉਣਾ ਉੱਥੇ। ਕਿਉਂਕਿ ਹੁਣ ਤੁਹਾਡੇ ਘਰ ਕੋਈ ਆ ਗਿਆ, ਤੁਸੀਂ ਰੋਟੀ ਖਵਾਤੀ ਹੈ, ਅੰਦਰੋਂ ਤੁਸੀਂ ਖੁਸ਼ ਨਹੀਂ, ਉਹ ਤੁਹਾਡੀ ਸੇਵਾ ਕਿੱਥੋਂ ਕਬੂਲ ਹੋਣੀ ਹੈ? ਉਹੀ ਗੱਲ ਹੋਈ ਨਾ ਗੋਰਖੀ ਸਾਹਿਬ, ਜਿਹੜਾ ਦੇਖ ਲਓ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨਮਾਜ਼ ਪੜ੍ਹ ਲਾ, ਉਹ ਕਹਿੰਦੇ ਨਮਾਜ਼ ਤੁਸੀਂ ਆਪ ਤਾਂ ਪੜ੍ਹ ਨਹੀਂ ਰਹੇ, ਮੈਂ ਕੀ ਨਮਾਜ਼ ਪੜ੍ਹ ਲਾ। ਹਾਂ, ਉਹ ਕਹਿੰਦੇ ਮੇਰੇ ਨਾਲ ਨਮਾਜ਼ ਪੜ੍ਹਨੀ ਹੈ। ਕਹਿੰਦੇ ਤੇਰੇ ਨਾਲ ਪੜ੍ਹ ਤੇ ਲਵਾਂ, ਪਰ ਤੂੰ ਤੇ ਪੜ੍ਹਦਾ ਨਹੀਂ ਪਿਆ। ਹਾਂ, ਪਹਿਲਾਂ ਤੂੰ ਤੇ ਪੜ੍ਹ ਨਾ, ਫਿਰ ਮੈਂ ਤੇਰੇ ਮਗਰ ਮੈਂ ਵੀ ਪੜ੍ਹ ਲੈਂਦਾ, ਮੈਨੂੰ ਕੀ ਪ੍ਰੋਬਲਮ ਹੈ? ਹੁਣ ਇਹ ਚੀਜ਼ ਨੂੰ ਆਪ ਸਮਝੋ, ਭਾਵਨਾ ਬਹੁਤ ਪਾਵਰਫੁਲ ਚੀਜ਼ ਹੈ। ਜੇਕਰ ਤੁਹਾਡੀ ਭਾਵਨਾ ਨਹੀਂ ਹੈ, ਤੁਸੀਂ ਜਿੰਨੀ ਮਰਜ਼ੀ ਸੰਗਤ ਕਰੋ, ਜਿੰਨੀ ਮਰਜ਼ੀ ਕਥਾ ਸੁਣੋ, ਤੇ ਉੱਥੇ ਸੱਜਣੋ ਤੁਹਾਨੂੰ ਪ੍ਰਾਪਤ ਕੁਛ ਨਹੀਂ ਹੋਣਾ। ਗੋਰਖੀ ਸਾਹਿਬ, ਜਿਹੜਾ ਤੁਸੀਂ ਭਾਂਡਾ ਜਿਹੜਾ ਹੈ, ਭਾਂਡੇ ਦਾ ਮੂੰਹ ਤਾਂ ਥੱਲੇ ਨੂੰ ਕੀਤਾ ਹੋਇਆ, ਪ੍ਰਾਪਤ ਕੀ ਹੋਏਗਾ? ਹਾਂ, ਉਹ ਚ ਸਟੋਰੀ ਨਹੀਂ ਹੋਣੀ, ਕਿਉਂਕਿ ਮੋਤੀ ਡਿੱਗਣੇ ਆ, ਤੁਸੀਂ ਇਕੱਠੇ ਨਹੀਂ ਕਰਨੇ, ਕਿਉਂਕਿ ਤੁਸੀਂ ਕਨੈਕਟ ਹੀ ਨਹੀਂ ਹੈਗੇ। ਬਿਲਕੁਲ। ਹੁਣ ਤੁਸੀਂ ਦੇਖੋ, ਇੱਕ ਚੀਜ਼ ਨੂੰ ਆਪ ਸਮਝੋ। ਹੁਣ ਤੁਸੀਂ ਕਹੋਗੇ ਏਦਾਂ ਕਿੱਦਾਂ ਹੋ ਸਕਦਾ? ਸੁਣਦੇ ਤੇ ਪਏ, ਤੁਹਾਡੇ ਘਰ ਇੱਕ ਤਾਰ ਲੱਗੀ ਆ ਬਾਹਰ, ਤੁਹਾਡੀ ਤਾਰ ਹੀ ਨਹੀਂ ਜੁੜੀ, ਬੱਤੀ ਕਿੱਥੋਂ ਆਊ ਤੁਹਾਡੇ ਘਰ? ਜੇ ਤੁਹਾਡੀ ਇੱਕ ਤਾਰ ਜੁੜੇ ਬਿਨਾਂ ਜੇ ਘਰ ਬੱਤੀ ਨਹੀਂ ਆ ਸਕਦੀ, ਤੇ ਆਪ ਕਥਾ ਦਾ ਤੁਹਾਡੇ ਅੰਦਰ ਕਿੱਥੋਂ ਗਿਆਨ ਵੜੂਗਾ? ਹਾਊ ਇਟ ਪੋਸੀਬਲ? ਇਟਸ ਨਾਟ ਪ੍ਰੈਕਟੀਕਲੀ, ਇਟਸ ਨਾਟ ਪੋਸੀਬਲ। ਹੁਣ ਬਾਹਰ ਸੂਰਜ ਆ, ਤੁਸੀਂ ਬੂਹਾ ਬੰਦ ਕਰਕੇ ਬੈਠੇ ਜੋ, ਭਾਵੇਂ ਬਾਹਰ ਸੂਰਜ ਨਿਕਲਿਆ, ਪਰ ਤੁਹਾਡੇ ਘਰ ਪ੍ਰਕਾਸ਼ ਨਹੀਂ ਕਿ ਆਉਣਾ। ਬਿਲਕੁਲ। ਬਾਰੀ ਖੋਲੋਗੇ ਤੇ ਆਊਗਾ। ਬਾਹਰ ਹਵਾ ਚੱਲਣ ਦੀ ਆ, ਤੁਸੀਂ ਬਾਰੀ ਬੰਦ ਕੀਤੀ ਆ, ਤੁਹਾਡੇ ਹਰ ਘਰ ਕਿੱਥੋਂ ਹਵਾ ਆਵੇਗੀ? ਨਹੀਂ ਆ ਸਕਦੀ, ਕਿਉਂਕਿ ਤੁਸੀਂ ਦਰਵਾਜ਼ਾ ਬੰਦ ਕੀਤਾ। ਇਸ ਕਰਕੇ ਭਾਵਨਾ ਬਹੁਤ ਇੰਪੋਰਟੈਂਟ ਹੈ। ਭਾਵਨਾ ਦਾ ਮਤਲਬ ਤੁਸੀਂ ਦਰਵਾਜ਼ਾ ਖੋਲਤਾ, ਉਹਨੂੰ ਵੈਲਕਮ ਕਰ ਰਹੇ ਹੋ એનર્ਜੀ ਨੂੰ, ਉਹ એનર્ਜੀ ਫਿਰ ਤੁਹਾਡੇ ਘਰ ਆਵੇਗੀ, ਫਿਰ ਆਊਗੀ ਤੇ ਫਿਰ ਕੀ ਹੋਊਗਾ? ਹਾਂਜੀ ਨਜਰ ਸਾਹਿਬ। ਹਾਂਜੀ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ, ਮੈਂ ਕਿਹਾ। ਹਾਂ, ਨਾਨਕ ਅੱਛਾ, ਹੋ ਸਕਦਾ ਸਿਗਨਲ ਪ੍ਰੋਬਲਮ ਹੋਵੇ। ਹਾਂਜੀ, ਅਗਲੀ ਤੁਕ ਬੋਲੋ। ਹਾਂ, ਨਾਨਕ ਕਰਤਾ ਸਭ ਕੁਝ ਜਾਣਦਾ ਜਦੋਂ ਕਿਛ ਗੁੱਜਾ ਨਾ ਹੋਏ। ਇਸ ਤੋਂ ਬਾਅਦ ਜਿਹੜਾ ਹੈਗਾ ਪੌੜੀ ਆ ਗਈ ਭਾਈ, ਜਿਹਦੇ ਵਾਸਤੇ 2 ਸ਼ਲੋਕ ਸੀਗੇ। ਪੌੜੀ, ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਦੇਖੋ, ਵੱਡਾ ਮਾਲਕ ਨੇ ਕਰਨਾ ਹੈ ਭਾਈ, ਜਿਹਨੂੰ ਮਾਲਕ। ਬਾਕੀ ਦੁਨੀਆ ਦੇ ਵਿੱਚ ਜਿਹੜਾ ਹੈਗਾ, ਭਾਵੇਂ ਜਿਹੇ ਜਿਹਾ ਮਰਜ਼ੀ ਸੋ ਕਾਲਡ ਆਪਣੇ ਆਪ ਨੂੰ ਬ੍ਰਹਮ ਗਿਆਨੀ ਔਰ 108 ਲਿਖਾਉਂਦਾ ਫਿਰੇ, ਜੋ ਮਰਜ਼ੀ ਕਰਦਾ ਫਿਰੇ, ਵੱਡਾ ਉਹਨੇ ਹੋਣਾ ਹੈ ਜਿਸਨੂੰ, ਜਿਹੜਾ ਮਾਲਕ ਦੀ ਨਜ਼ਰ ਦੇ ਵਿੱਚ ਵੱਡਾ ਹੈ ਭਾਈ, ਜਿਹਨੂੰ ਮਾਲਕ ਵੱਡਾ ਕਰਦਾ। ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਸ ਸਾਹਿਬ ਭਾਵੈ ਤਿਸ ਬਖਸ਼ ਲੈ, ਸੋ ਸਾਹਿਬ ਮਨੇ ਭਾਣੀ। ਮਰਜ਼ੀ ਮਾਲਕ ਦੀ ਮਰਜ਼ੀ ਹੈ, ਮਾਲਕ ਨੇ ਬਖਸ਼ਣਾ ਹੈ। ਕਸੌਟੀ ਮਾਲਕ ਦੀ ਚੱਲਣੀ ਆ, ਮਾਲਕ ਨੇ ਖਰਾ ਔਰ ਖੋਟਾ ਪਰਖ ਮਾਲਕ ਨੇ ਕਰਨੀ ਹੈ ਭਾਈ। ਔਰ ਜਿਹੜਾ ਖਰਾ ਆ ਉਹ ਮਾਲਕ ਦੇ ਮਨ ਨੂੰ ਪਾ ਜਾਣਾ ਹੈ ਭਾਈ। ਔਰ ਇਹ ਗੇਮ ਜਿਹੜੀ ਹੈਗੀ, ਇਹ ਹੈ ਹੀ ਖੋਟਿਆਂ ਤੋਂ ਖਰੇ ਕਰਨ ਵਾਲੀ ਗੇਮ ਹੈਗੀ ਆ। ਭਗਤੀ ਜਿਹੜੀ ਹੈਗੀ ਆ, ਇਹ ਬ੍ਰਹਮ ਗਿਆਨ ਜਿਹੜਾ ਹੈਗਾ,
ਇਹ ਖੋਟਿਆਂ ਨੂੰ ਖਰੇ ਕਰਨ ਵਾਲਾ ਹੈਗਾ ਭਾਈ। ਮਾਲਕ ਨੇ ਆਪੇ ਦੇਖ ਲੈਣਾ ਹੈ, ਜਦ ਖਰਾ ਹੋ ਗਿਆ ਤੇ ਮਾਲਕ ਨੇ ਆਪੇ ਉਹਦੇ ਮਨ ਨੂੰ ਪਾ ਜਾਣਾ ਹੈ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਜੇ ਕੋਈ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਰੀਸ ਕਰਦਾ ਹੈ ਜੇ, ਤੇ ਫਿਰ ਭਾਈ ਉਹ ਤਾਂ ਕਹਿੰਦੇ ਆ ਮੂਰਖ ਆ ਭਾਈ। ਜਿਹੜਾ ਮੂਰਖ ਹੈ, ਜੇ ਕੋਈ ਜਿਹੜਾ ਹੈਗਾ, ਜੇ ਕੋਈ ਗੁਣ ਗ੍ਰਹਿਣ ਕਰ ਰਿਹਾ ਹੈ ਤੇ ਜੇ ਉਹਦੀ ਕੋਈ ਜਿਹੜਾ ਹੈਗਾ ਰੀਸ ਕਰ ਰਿਹਾ ਆ, ਜੇ ਗੁਰੂ ਦੀ ਕੋਈ ਰੀਸ ਕਰ ਰਿਹਾ ਆ, ਬ੍ਰਹਮ ਗਿਆਨੀਆਂ ਦੀ ਰੀਸ ਕਰ ਰਿਹਾ ਆ, ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝ ਰਿਹਾ, ਦੂਜਿਆਂ ਦੇ ਵਿੱਚ ਅਖਵਾ ਰਿਹਾ ਹੈ, ਨਕਲੀ ਜਿਹੜਾ ਹੈਗਾ, ਤੇ ਭਾਈ ਉਹ ਤਾਂ ਮੂੜਿਆ ਔਰ ਅਜਾਣੀ ਹੈਗਾ, ਜਾਣਦਾ ਨਹੀਂ ਹੈਗਾ। ਕਿਉਂਕਿ ਕਸੌਟੀ ਮਾਲਕ ਪਰਮਾਤਮਾ ਦੀ ਹੈਗੀ ਆ, ਉਹਨੇ ਬਖਸ਼ਣਾ ਹੈਗਾ, ਉਹਦੇ ਮਨ ਨੂੰ ਪਾਉਣਾ ਹੈਗਾ। ਉਹ ਜਿਹਨੂੰ ਉਹ ਵੱਡਾ ਕਰਦਾ ਹੈ ਉਹੀ ਵੱਡਾ ਹੋ ਸਕਦਾ ਹੈ। ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੈ, ਗੁਣ ਆਖ ਵਖਾਣੀ। ਔਰ ਵੱਡਾ ਕਿਵੇਂ ਕਰਨਾ ਮਾਲਕ ਨੇ? ਮਾਲਕ ਕਹਿੰਦਾ ਭਾਈ ਜੇ ਜਿਹਾ ਮਰਜ਼ੀ ਹੈਗਾ ਤੂੰ, ਜਿੰਨਾ ਮਰਜ਼ੀ ਨੈਗੇਟਿਵ ਹੈਗਾ, ਆਹ ਕੰਮ ਕਰ ਲਾ। ਗੁਰੂ ਨੂੰ ਮਿਲ ਕੇ ਬ੍ਰਹਮ ਗਿਆਨ ਲੈ ਕੇ ਗੁਣ ਇਕੱਠੇ ਕਰਨੇ ਸ਼ੁਰੂ ਕਰ ਦੇ, ਗੁਣਾਂ ਨੂੰ ਆਖਣਾ ਸ਼ੁਰੂ ਕਰ ਦੇ, ਗੁਣਾਂ ਨੂੰ ਵਿਖਿਆਨ ਕਰਨਾ ਸ਼ੁਰੂ ਕਰ ਦੇ। ਗੁਣ ਤੇਰੇ ਅੰਦਰ ਜਿਹੜੇ ਹੈਗੇ, ਜਿੱਥੇ ਤੂੰ ਸਵਾਸ ਲਗਾਏਗਾ ਉਹ ਚੀਜ਼ ਤੇਰੇ ਅੰਦਰ ਜਾਏਗੀ। ਜਿੱਥੇ ਤੇਰਾ ਮਨ ਲੱਗੇਗਾ, ਜਿੱਥੇ ਤੇਰਾ ਸੁਰਤ ਲੱਗੇਗੀ, ਉਹ ਚੀਜ਼ ਤੇਰੇ ਅੰਦਰ ਜਾਏਗੀ। ਗੁਣਾਂ ਨੂੰ ਆਖੇਗਾ, ਗੁਣਾਂ ਨੂੰ ਵਿਖਾਣੇਗਾ ਤੇ ਗੁਣ ਆਉਣ ਸ਼ੁਰੂ ਹੋ ਜਾਣਗੇ। ਨਾਨਕ ਸੱਚਾ ਸੱਚ ਹੈ, ਉਹ ਮਾਲਕ ਪਰਮਾਤਮਾ ਸੱਚ ਹੈਗਾ, ਹਮੇਸ਼ਾ ਸੱਚ ਰਹਿਣ ਵਾਲਾ ਆ। ਜੇ ਉਹਦੇ ਵਿੱਚ ਸਮਾਉਣਾ ਹੈਗਾ ਤੇ ਭਾਈ ਸੱਚੇ ਹੋ ਕੇ ਸਮਾਇਆ ਜਾ ਸਕਦਾ ਹੈ। ਬੁੱਝ ਸੱਚ ਸਮਾਣੀ। ਇਸ ਗੱਲ ਨੂੰ ਬੁੱਝ ਕੇ ਸੱਚ ਦੇ ਨਾਲ, ਸੱਚ ਦੇ ਦੁਆਰਾ ਹੀ ਸੱਚੇ ਦੇ ਵਿੱਚ ਸਮਾਇਆ ਜਾ ਸਕਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉੱਪਰ ਦੇਖ ਲਓ, ਉਹਨਾਂ ਨੇ ਕਿਹਾ ਹੈ ਕਿ ਉਹ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਵੇ। ਜਿਹੜੀ ਵਡਿਆਈ ਆ ਉਹ ਪ੍ਰਮਾਤਮਾ ਨੇ ਦੇਣੀ ਹੈ। ਭਾਵੇ ਦਾ ਮਤਲਬ ਜੇ ਤੁਸੀਂ ਭਗਤੀ ਕੀਤੀ ਤੁਹਾਨੂੰ ਵਡਿਆਈ ਮਿਲ ਜਾਣੀ ਹੈ। ਠੀਕ ਹੈ ਜੀ, ਬਿਲਕੁਲ। ਔਰ ਪ੍ਰਮਾਤਮਾ ਜਿਹਨੂੰ ਵੱਡਾ ਕਰਦਾ ਹੈ ਉਹੀ ਵੱਡਾ ਹੈ, ਤੇ ਜਿਹਨੂੰ ਸੰਸਾਰ ਦੀ ਨਜ਼ਰ 'ਚ ਵੱਡਾ ਆਪਾਂ ਸਮਝਦੇ ਹਾਂ ਉਹ ਵੱਡੇ ਨਹੀਂ ਹੈਗੇ। ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਕਨਫਿਊਜ਼ਨ ਨਾ ਕ੍ਰੀਏਟ ਹੋਵੇ। ਫਿਰ ਕਹਿੰਦੇ ਜੇ ਕੋ ਉਸਕੀ ਰੀਸ ਕਰੇ ਸੋ ਮੂੜ ਅਜਾਣੀ। ਕਈ ਬੰਦੇ ਹੁੰਦੇ ਨੇ ਤਾਂ ਉਹ ਵੇਖੋ ਰੀਸਾਂ ਵੀ ਕਰ ਲੈਂਦੇ ਨੇ, ਉਦਾਂ ਦੇ ਕੱਪੜੇ ਸਵਾ ਲੈਂਦੇ ਨੇ, ਉਦਾਂ ਦੀਆਂ ਜੁੱਤੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ। ਉਹ ਕਹਿੰਦੇ ਉਹ ਮੂੜ ਨੇ, ਅਜਾਨੀ ਨੇ, ਉਹਨਾਂ ਨੂੰ ਗਿਆਨ ਨਹੀਂ ਹੈ, ਕਿਉਂਕਿ ਉਹ ਚੀਜ਼ ਉਹਨਾਂ ਦੇ ਅੰਦਰ ਪੈਦਾ ਨਹੀਂ ਹੋਈ। ਗੋਰਕੀ ਸਾਹਿਬ, ਸਭ ਤੋਂ ਪਹਿਲਾਂ ਕੰਮ ਇਹੀ ਕਰਦੀ ਹੈ ਜਨਤਾ। ਜਿਹੜੇ ਹੈਗੇ ਉਹ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਉਹਨਾਂ ਦੀ ਰੀਸ, ਉਹਨਾਂ ਦੀ ਡਰੈਸ, ਉਹਨਾਂ ਦਾ ਡਰੈਸ ਕੋਡ ਉਹਨਾਂ ਦੀ ਵਰਗਾ, ਸਾਰੀ ਚੀਜ਼ ਉਹਨਾਂ ਦੇ ਵਰਗੀ ਕਰ ਲੈਂਦੇ ਆ। ਬਸ ਸਟਾਰਟਿੰਗ ਤਾਂ ਇੱਥੋਂ ਹੀ ਕਰਦੇ। ਇੱਥੇ ਦਰਬਾਰ ਸਾਹਿਬ ਵੀ ਏਦਾਂ ਵੇਖੋ ਕਬਜ਼ੇ ਕਰ ਲੈਂਦੇ ਨੇ, ਫਿਰ ਕਬਜ਼ਾ ਛਡਾਓ, ਫਿਰ ਕਬਜ਼ਾ ਕਰ ਲੈਂਦੇ ਨੇ। ਇਹ ਲੋਕ ਇਹੋ ਹੀ ਤੇ ਹਨ, ਕੱਪੜੇ ਬਦਲ ਲਏ ਬਸ ਉਹ ਫਿਰ ਬਣ ਜਾਂਦੇ ਨੇ, ਕੰਟਰੋਲ ਕਰ ਲੈਂਦੇ ਨੇ। ਠੀਕ ਹੈ ਜੀ। ਨਾਨਕ ਸੱਚਾ ਸੱਚ ਹੈ, ਬੂਝੇ ਸੱਚ ਸਮਾਣੀ। ਨਾਨਕ ਸੱਚਾ ਸੱਚ ਹੈ, ਉਹ ਮਾਲਕ ਪਰਮਾਤਮਾ ਸੱਚ ਆ ਭਾਈ। ਬੁੱਝ ਸੱਚ ਸਮਾਣੀ। ਬੁੱਝ ਕੇ ਜਿਹੜਾ ਹੈਗਾ, ਜਿਹੜਾ ਸੱਚ ਨੂੰ ਬੁੱਝ ਜਾਏਗਾ, ਇਸ ਗੱਲ ਨੂੰ ਬੁੱਝ ਲਏਗਾ ਕਿ ਪਰਮਾਤਮਾ ਨੇ ਤਾਂ ਸੱਚ ਹੀ ਪਰਖਣਾ ਹੈ ਭਾਈ, ਤੇ ਉਹ ਸੱਚ ਨੂੰ ਗ੍ਰਹਿਣ ਕਰੇਗਾ, ਸੱਚ ਦੇ ਮਾਰਗ ਤੇ ਚੱਲੇਗਾ, ਤੇ ਸੱਚ ਦੇ ਮਾਰਗ ਚੱਲ ਕੇ ਸੱਚ ਦੇ ਵਿੱਚ ਸਮਾ ਜਾਏਗਾ, ਸੱਚ ਦੇ ਦੁਆਰਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰੀਏ। ਜੇਕਰ ਆਪਣੇ ਕੋਲ ਸੱਚ ਹੈਗਾ ਤੇ ਉਹਦੀ ਵੈਲਿਊ ਹੈ, ਜੇਕਰ ਆਪਣੇ ਕੋਲ ਸੱਚ ਨਹੀਂ ਹੈ, ਕੇਵਲ ਆਪਾਂ ਨੂੰ ਲੋਕਾਂ ਨੇ ਸੁਪੀਰੀਅਰ ਕੰਪਲੈਕਸ ਕਰਤਾ ਹੈ ਕਿ ਤੁਸੀਂ ਬੜੇ ਸੰਤ, ਤੁਸੀਂ ਬੜੇ ਬਾਬੇ, ਤੁਸੀਂ ਬੜੇ ਨਿਤਨੇਮੀ, ਤੇ ਉਹ ਕਹਿੰਦੇ ਨਹੀਂ, ਥੋੜੀ ਵਿਚਾਰ ਕਰੋ, ਕਿਉਂਕਿ ਇਹ ਸਟੇਟਮੈਂਟ ਜਿਹੜੀ ਹੈ, ਤੇਰਾ ਸਰਟੀਫਿਕੇਟ ਜਿਹੜਾ ਹੈ ਨਾ, ਉਹ ਰੱਬ ਤੋਂ ਮਿਲਣਾ ਚਾਹੀਦਾ ਸੀ। ਤੇ ਰੱਬ ਤੋਂ ਜਿਹੜਾ ਸਰਟੀਫਿਕੇਟ ਹੈ, ਉਹਨੇ ਰੱਬ ਨੇ ਤੁਹਾਨੂੰ ਗੁਣਾਂ ਦੇ ਰੂਪ 'ਚ ਦੇਣਾ ਹੈ। ਇੱਕ ਚੀਜ਼ ਨੂੰ ਹੋਰ ਸਮਝੋ, ਰੱਬ ਸਰਟੀਫਿਕੇਟ ਨਹੀਂ ਦੇਣ ਲੱਗਾ ਤੁਹਾਨੂੰ। ਤੁਹਾਡੇ ਅੰਦਰ ਖਿਮਾ ਆ ਗਈ, ਤੁਹਾਡੇ ਅੰਦਰ ਸੱਚ ਬੋਲਣ ਦੀ ਆ ਗਈ, ਸੱਚ ਸੁਣਨ ਦੀ ਹਿੰਮਤ ਆ ਗਈ, ਸੱਚ ਵੇਖਣ ਦੀ ਹਿੰਮਤ ਆ ਗਈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। 5 ਗੁਣ ਹੈਗੇ ਜੀ ਗੋਰਕੀ ਸਾਹਿਬ। ਸਤ, ਸੰਤੋਖ, ਦਇਆ, ਧਰਮ, ਧੀਰਜ, ਆਹ ਗੁਣ ਆ ਜਾਣੇ ਆ। ਹਾਂ, ਤੇ ਇਹ ਸਰਟੀਫਿਕੇਟ ਜੇ ਪਰਮਾਤਮਾ ਦੇ, ਤੇ ਜੇ ਨਹੀਂ ਮਿਲੇ ਆਪਾਂ ਯਾਤਰਾ ਤੇ ਆ, ਮਿਲ ਜਾਣਗੇ, ਪਰ ਹਜੇ ਆਪਾਂ ਪੜ੍ਹਾਈ ਕਰ ਰਹੇ ਹਾਂ। ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਅੱਜ ਦੀ ਵਿਚਾਰ ਇੱਥੇ ਨੇਜਾ ਸਾਹਿਬ ਸਮਾਪਤ ਹੈ। ਹਾਂਜੀ, ਬਹੁਤ ਵਧੀਆ ਜੀ ਗੋਰਕੀ ਸਾਹਿਬ। ਹਾਂ, ਔਰ ਸਾਧ ਸੰਗਤ ਜੀ, ਉਹਦੀ ਗੁੜੀਆ ਦਾ ਨਾ, ਵੈਸੇ ਤੇ ਉਹ ਪੈਸਿਆਂ ਦੇ ਨਾਲ ਕਾਫੀ ਕਾਰਜ ਵਧੀਆ ਹੋਏ, ਕਈਆਂ ਦਾ ਭਲਾ ਹੋਇਆ ਉਹਦੇ ਨਾਲ, ਤੇ
ਉਹ ਕੁੜੀ ਦਾ ਅੱਜ ਇਲਾਜ, ਪਹਿਲੀ ਸਿਟਿੰਗ ਅੱਜ ਹੋਈ। ਕੋਈ ਕੁੜੀ ਜਿਹੜੀ ਸੀ ਨਾ, ਜਿਹਨੇ ਇਲਾਜ ਕਰਨਾ ਸੀ, ਉਹ ਬਾਹਰ ਸੀ। ਤੇ ਉਹ ਅੱਜ ਉਹਦੀ ਟ੍ਰੀਟਮੈਂਟ ਸ਼ੁਰੂ ਹੋ ਗਈ ਹੈ। ਤੇ ਚਲੋ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਜੋ ਮਕਸਦ ਲਈ ਆਪਾਂ ਕੰਮ ਕੀਤਾ ਸੀ, ਦੂਜਿਆਂ ਦਾ ਵੀ ਭਲਾ ਹੋਇਆ ਤੇ ਇਹਦਾ ਵੀ ਭਲਾ ਹੋ ਜਾਏਗਾ। ਠੀਕ ਹੈ ਜੀ, ਬਹੁਤ ਵਧੀਆ ਗੁਰੂ ਸਾਹਿਬ, ਬਹੁਤ ਵਧੀਆ। ਹਾਂਜੀ, ਅੱਜ ਦੇ ਵਿਚਾਰ ਇੱਥੇ ਸਮਾਪਤ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਅਤੇ ਭੁੱਲਾਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਮਾਲਿਕ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।